ਜਸ ਟੀਵੀ ਦੇਖ ਰਹੇ ਹੋ ਤੁਸੀਂ। मैं केपी सिंह। ਅੱਜ ਦਾ ਮੁੱਦਾ ਵੇ ਤੁਹਾਡਾ ਸਭ ਦਾ ਸਵਾਗਤ ਕਰਦਾ। G20 ਭਾਰਤ ਦੀ ਪ੍ਰਧਾਨਗੀ ਇਹ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ G20 ਦੇ ਜਿਹੜੇ ਸਾਰੇ ਸਮਾਰੋਹ ਹੋਣੇ ਆ, ਸਮਾਗਮ ਹੋਣੇ ਆ, ਉਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਡੋਨੇਸ਼ੀਆ ਜਾਣਾ ਇਹ ਵੀ ਚਰਚਾ ਦਾ ਵਿਸ਼ਾ ਬਣ ਗਿਆ। ਅਸਲ 'ਚ ਏਜੰਡਾ ਹੈ ਕੀ ਹੈ, ਇਸ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਦੋ ਬਹੁਤ ਹੀ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੋਣ ਕੇ ਅਸੀਂ ਇਹੀ ਸਮਝਣਾ ਇੰਡੀਆ ਤੋਂ ਇੰਡੋਨੇਸ਼ੀਆ ਤੱਕ ਦੇਸ਼ ਦਾ ਏਜੰਡਾ ਕੀ। ਭਾਰਤ ਦੇ ਪ੍ਰਧਾਨ ਮੰਤਰੀ ਲਗਾਤਾਰ ਇਹ ਦਾਅਵਾ ਕਰਦੇ ਆ ਕਿ ਦੁਨੀਆ ਦੀ ਨਜ਼ਰ ਸਾਡੇ ਤੇ ਲੱਗੀ ਹੋਈ ਹੈ, ਭਾਰਤ ਤੇ ਲੱਗੀ ਹੋਈ ਹੈ ਤੇ ਇਸੇ ਮੁੱਦੇ ਤੇ ਅੱਜ ਅਸੀਂ ਚਰਚਾ ਕਰਨੀ ਹੈ। ਦੋ ਮਹਿਮਾਨ ਸਾਡੇ ਨਾਲ ਮੌਜੂਦ ਹੋਣਗੇ। ਪਹਿਲਾਂ ਤੁਹਾਨੂੰ ਪੁਆਇੰਟਰ ਦੱਸ ਦਈਏ ਫਟਾਫਟ। ਭਾਰਤ ਤੇ ਦੁਨੀਆ ਦੀ ਨਜ਼ਰ ਕਿੰਨੀ ਹੈ। G20 ਤੋਂ ਆਸੀਅਨ ਤੱਕ ਭਾਰਤ ਨੇ ਛੇੜੀ ਦੁਨੀਆ ਚਰਚਾ। ਭਾਰਤ ਦੀ ਪ੍ਰਧਾਨਗੀ ਹੇਠ ਰਾਜਧਾਨੀ ਦਿੱਲੀ 'ਚ G20 ਸੰਮੇਲਨ ਹੋਣਾ ਤੇ ਉਸ ਦੇ ਲਈ ਖੂਬ ਤਿਆਰੀਆਂ ਕੀਤੀਆਂ ਗਈਆਂ ਨੇ, ਖੂਬ ਸਜਾਈ ਗਈ ਹੈ ਦਿੱਲੀ ਤੇ ਮੁੱਦੇ ਕਿਹੜੇ ਹੋਣਗੇ ਸਾਡਾ ਧਿਆਨ ਉਹਨਾਂ ਤੇ ਜਾਵੇਗਾ। ਗਲੋਬਲ ਦੱਖਣ ਦੀ ਆਵਾਜ਼ ਵਜੋਂ ਭਾਰਤ ਆਪਣੇ ਆਪ ਨੂੰ ਪੇਸ਼ ਕਰਦਾ ਨਜ਼ਰ ਆ ਰਿਹਾ। ਅਫਰੀਕੀ ਦੇਸ਼ਾਂ ਤੇ ਫੋਕਸ ਕਰਨ ਦੀ ਕੋਸ਼ਿਸ਼ ਹੈ। ਕਿਉਂ ਕੀਤਾ ਜਾ ਰਿਹਾ ਅਫਰੀਕੀ ਦੇਸ਼ਾਂ ਤੇ ਫੋਕਸ? ਹੋਰ ਕਿਹੜੇ ਮੁੱਦਿਆਂ ਚਰਚਾ ਹੋਵੇਗੀ? ਰੂਸ ਯੂਕਰੇਨ ਦੇ ਬਾਰੇ ਚਰਚਾ ਹੋਵੇਗੀ। ਰੂਸ ਯੂਕਰੇਨ ਵਿੱਚ ਜਾਰੀ ਜੰਗ ਤੇ G20 ਸਮੂਹ ਇੱਕ ਸੁਰ ਨਹੀਂ, ਇਹ ਵੀ ਆਪਣੇ ਆਪ ਵਿੱਚ ਸਵਾਲ ਹੈਗਾ ਕਿ ਵੰਡਿਆ ਹੋਇਆ ਨਜ਼ਰ ਆ ਰਿਹਾ। ਵੰਡਿਆ ਹੋਇਆ ਕਿਉਂ ਨਜ਼ਰ ਆ ਰਿਹਾ? ਵਲਾਦੀਮੀਰ ਪੁਤਿਨ ਤੇ ਸ਼ੀ ਜਿਨਪਿੰਗ ਇਸ G20 ਸਮਾਰੋਹ ਵਿੱਚ ਨਹੀਂ ਆ ਰਹੇ। ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਵੀ ਕਿਉਂ ਨਹੀਂ ਆ ਰਹੇ। ਵਲਾਦੀਮੀਰ ਪੁਤਿਨ ਉਧਰ ਆਪਦੇ ਰਜੇਵੇਂ ਹੈ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆ ਰਹੇ ਹੈ ਤੇ ਬਾਈਡਨ ਆ ਰਿਹਾ। G20 ਤੋਂ 3 ਦਿਨ ਪਹਿਲਾਂ ਇੰਡੋਨੇਸ਼ੀਆ 'ਚ ਆਸੀਅਨ ਬੈਠਕ ਹੈ। ਇਸ ਬੈਠਕ ਦਾ ਭਾਰਤ ਲਈ ਮਤਲਬ ਹੈ ਕਿ ਆਸੀਅਨ ਜ਼ਰੀਏ ਕਿ ਚੀਨ ਨੂੰ ਘੇਰਨ ਦੀ ਤਿਆਰੀ 'ਚ ਭਾਰਤ। ਸਾਰੇ ਸਵਾਲ ਹੋਣ ਕੇ ਦੋ ਖਾਸ ਮਹਿਮਾਨ ਜਿਹੜੇ ਸਾਡੇ ਨਾਲ ਨੇ ਤਾਰਫ ਕਰਾ ਰਹੇ ਹਾਂ। ਡਾਕਟਰ ਮੁਹੰਮਦ ਖਾਲਿਦ ਪੋਲੀਟੀਕਲ ਐਨਲਿਸਟ ਨੇ। ਡਾਕਟਰ ਮੁਹੰਮਦ ਖਾਲਿਦ ਨੂੰ ਇੰਟਰਨੈਸ਼ਨਲ ਪੋਲਿਟਿਕਸ ਦਾ ਪਤਾ ਹੈ, ਭਾਰਤ ਦੀ ਵਿਦੇਸ਼ ਨੀਤੀ ਦਾ ਪਤਾ ਹੈ, ਭਾਰਤ ਕਿਹੜੀ ਰਣਨੀਤੀ ਤਿਆਰ ਕਰਨ ਵਿੱਚ ਲੱਗਿਆ ਹੋਇਆ ਉਸ ਬਾਬਤ ਚੰਗੀ ਤਰ੍ਹਾਂ ਜਾਣਕਾਰੀ ਹੈ। G20 ਦਾ ਮਤਲਬ ਭਾਰਤ ਲਈ ਕੀ ਹੈ, ਆਸੀਅਨ ਦਾ ਮਤਲਬ ਭਾਰਤ ਲਈ ਕੀ ਹੈ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਖਾਲਿਦ ਤੁਹਾਡਾ ਬਹੁਤ ਸਵਾਗਤ ਹੈ ਸਰ। ਮਿਹਰਬਾਨੀ। ਪ੍ਰੋਫੈਸਰ ਰੌਣਕੀ ਰਾਮ ਇਹ ਵੀ ਪੋਲੀਟੀਕਲ ਐਨਲਿਸਟ ਨੇ ਤੇ ਦੋਨੋਂ ਹੀ ਮਹਿਮਾਨ ਆਪਣੇ ਆਪਣੇ ਵਿਸ਼ੇ ਦੇ ਮਾਹਰ ਨੇ। ਪ੍ਰੋਫੈਸਰ ਰੌਣਕੀ ਰਾਮ ਨੂੰ ਇਹ ਪਤਾ ਹੈ ਕਿ G20 ਦੇ ਜ਼ਰੀਏ ਭਾਰਤ की दुनिया पे कोई असर पा सकता है, कि G20 के फैसलों का दुनिया पर कोई असर हो सकता है। अर्थचारे का मतलब है की है, G20 समूह के विच जिहड़ी इकॉनमी है उनका मतलब की है, तो आसीयन ग्रुप के जरिए जिहड़ा भारत उत्थे शमूलियत कर रहा है। इंडोनेशिया क्यों चला गया, अपने बिजी शेड्यूल के विचों भारत के प्रधानमंत्री उत्थे क्यों पहुँच के, ये इन्हां तों समझण की कोशिश करांगे। प्रोफैसर रौणकी राम तुहाडा बहुत स्वागत है सर। डॉक्टर खालिद मैं एक चीज़ समझना चाहुंदा, मैं पहला आसीयन तो शुरू करना चाहुंदा सर। उत्थे भारत के प्रधानमंत्री क्यों पहुँच गए सर? इन्ना बिजी शेड्यूल है, इत्थे ने रजेवें है, बड़े बड़े मेहमान है इंडिया में पहुँचे ने ते पहुँच रहे ने। डॉक्टर खालिद इहदा मतलब की है सर? देखो इदां है कि जिहड़ी ईस्ट एशिया समिट है वो साडी जिहड़ी एक्ट ईस्ट पॉलिसी है, जिहड़ी पहला लुक ईस्ट पॉलिसी सीगी, जिहदे नाल असी आसियान जिहड़े साउथ ईस्ट एशिया दे कंट्रीज हैं उन्हां दी इकोनॉमी, उन्हां दी स्ट्रैटेजिक पार्टनरशिप दा भाग बने आ 1992 ते बाद। वो एक परमानेंट फीचर है साडी फॉरेन पॉलिसी दा, जिहदे विच असी वधदे एक बड़ी इंपॉर्टेंट पोजीशन दे उपर पहुंच गए हैं, जिथे तक कि आसियान दा सवाल है। और ईस्ट एशिया समिट उहदा ही एक पार्ट है। देखो जिस वेले कोल्ड वार खत्म हुई है उस वेले असी एक नवी शिफ्ट रहती सीगी साडे विदेश नीति दे विच। ओहदे कई रूप रेखावां सीगियां, लेकिन ओहदे विचों एक बहुत ही महत्वपूर्ण सीगी कि साउथ ईस्ट एशिया दे जिहड़े कंट्रीज हैं, इंडोनेशिया, मलेशिया, सिंगापुर, वियतनाम, म्यांमार, इन्हां दे नाल दोस्ती, इन्हां दी एक जिहड़ी ऑर्गेनाइजेशन है जिन्हों आसियान कहा जाता है, ओहदा असी मैंबर बने, ओहदा असी भाग बनते चले गए और असी उहदी स्ट्रैटेजिक पार्टनरशिप और इकोनॉमी दा ओहदा पार्ट बन गए। इस करके जिस वेले G20 2 दिन रहते हैं, G20 है इत्थे, और G20 अपने आप दे विच बड़ी इंपॉर्टेंट ऑर्गेनाइजेशन है जिहड़ी कि 1999 तो चल रही है। लेकिन
ਜਿਹੜੀ G20 ਹੈ ਇਹ ਤਾਂ ਨਵੰਬਰ ਦੇ ਵਿੱਚ ਖਤਮ ਹੋ ਜਾਣੀ ਹੈ, 1 ਦਸੰਬਰ ਤੋਂ ਅਗਲੇ ਬ੍ਰਾਜ਼ੀਲ ਨੂੰ ਮੇਰਾ ਖਿਆਲ ਹੈ ਚਾਰਜ ਦੇ ਦੇਣਾ, 1 ਸਾਲ ਵਾਸਤੇ ਹੁੰਦੀ ਹੈ ਜੀ। ਲੇਕਿਨ ਜਿਹੜੀ ਆਸੀਆਨ ਦੀ ਸਾਡੀ ਫੋਰਨ ਪੋਲਿਸੀ ਵਿਦੇਸ਼ ਨੀਤੀ ਹੈ ਉਹ ਇੱਕ ਪਰਮਾਨੈਂਟ ਫੀਚਰ ਹੈ, ਉਹਦੇ ਕਈ ਭਾਗ ਹਨ, ਕਈ ਅੰਗ ਹਨ। ਉਹਦੇ ਨਾਲ ਅਸੀਂ ਆਪਣੇ ਦੇਸ਼ ਨੂੰ ਸਾਊਥ ਈਸਟ ਏਸ਼ੀਆ ਦੇ ਨਾਲ ਆਰਥਿਕ ਰੂਪ ਦੇ ਵਿੱਚ ਜੋੜਨ ਦੀ ਕੰਮ ਕਰ ਰਹੇ ਹਾਂ ਪਿਛਲੇ ਕਈ ਦਹਾਕਿਆਂ ਤੋਂ, ਜਿਹਦੇ ਵਿੱਚ ਸਾਡਾ ਜਿਹੜਾ ਈਸਟਰਨ ਸਟੇਟਸ ਹੈਗੀਆਂ ਜਿਹਨੂੰ ਆਪਾਂ ਅਸਾਮ, ਮੇਘਾਲਿਆ, ਤ੍ਰਿਪੁਰਾ, ਮਨੀਪੁਰ, ਉਹਨਾਂ ਨੂੰ ਵੀ ਜੋੜਨਾ ਹੈ। ਔਰ ਸਾਡੀ ਜਿਹੜੀ ਹੈਗੀ ਹੈ ਓਵਰਆਲ ਪੋਲਿਸੀ ਜਿਹੜੀ ਪੈਸੀਫਿਕ ਦੇ ਵਿੱਚ ਹੈ ਉਹਦੇ ਨਾਲ ਵੀ ਜੋੜਨ ਵਾਸਤੇ ਇਸ ਖਿੱਤੇ ਦਾ ਬੜਾ ਇੰਪੋਰਟੈਂਟ ਰੋਲ ਹੈ, ਜਿਹਨੂੰ ਏਸ਼ੀਆ ਇੰਡੀਅਨ ਸਾਊਥ ਈਸਟ ਏਸ਼ੀਆ ਇੱਕ ਪੈਸੀਫਿਕ ਕੋਰੀਡੋਰ ਜਿਹੜਾ ਅਸੀਂ ਬਣਾ ਰਹੇ ਹਾਂ ਉਹਦਾ ਇੱਕ ਇੰਪੋਰਟੈਂਟ ਪਾਰਟ ਹੈ। ਇਸ ਕਰਕੇ ਪ੍ਰਧਾਨ ਮੰਤਰੀ ਬੇਸ਼ੱਕ ਇੱਥੇ ਤਿਆਰੀਆਂ ਚੱਲ ਰਹੀਆਂ ਹਨ, ਲੇਕਿਨ ਇਹ ਉਹਨਾਂ ਨੇ ਮੁਨਾਸਬ ਸਮਝਿਆ ਕਿ ਅਸੀਂ ਉੱਥੇ ਇੰਡੋਨੇਸ਼ੀਆ ਵੀ ਜ਼ਰੂਰ ਜਾਈਏ। ਇੰਡੋਨੇਸ਼ੀਆ ਵੀ G20 ਦਾ ਪਾਰਟ ਹੈ ਔਰ ਉੱਥੇ ਜਿਹੜਾ ਹੈਗਾ ਡਾਕਟਰ ਖਾਲਿਦ ਮੈਂ ਇੱਕ ਚੀਜ਼ ਤੁਹਾਡੀ ਜ਼ਰੂਰ ਸਮਝਣਾ ਡਾਕਟਰ ਖਾਲਿਦ ਇੰਡੋਨੇਸ਼ੀਆ ਨੂੰ ਵੀ ਚਾਈਨਾ ਦਾ ਪਾਲਾ ਮਾਰਦਾ ਪਿਆ ਤੇ ਸਾਡਾ ਵੀ ਚਾਈਨਾ ਨਾਲ ਕੁਝ ਸੁਖਾਵੇਂ ਸੰਬੰਧ ਨਹੀਂ ਹੈਗੇ, ਕਿ ਦੋਨਾਂ ਨੂੰ ਜੋੜ ਕੇ ਦੇਖੀਏ ਸਰ। ਅਸੀਂ ਦੇਖੋ ਜਿਸ ਵੇਲੇ ਅਸੀਂ ਆਪਣੇ ਆਸੀਆਨ ਦਾ ਪਾਰਟ ਬਣੇ ਉਹਦੇ ਪਿੱਛੇ ਵੀ ਚਾਈਨਾ ਸੀਗਾ, ਕਿਉਂਕਿ ਚਾਈਨਾ ਦਾ ਵੀ ਸਾਊਥ ਈਸਟ ਏਸ਼ੀਅਨ ਕੰਟਰੀਜ਼ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਹੈ। ਇਕਨੋਮਿਕਲੀ ਵੀ ਉੱਥੇ ਦੇ ਬਸ਼ਿੰਦੇ ਵੀ ਉੱਥੇ ਬਹੁਤ ਰਹਿੰਦੇ ਆ ਚਾਈਨਾ ਦੇ, ਇਸ ਕਰਕੇ ਉੱਥੇ ਵੀ ਚਾਈਨਾ ਨੂੰ ਹੀ ਅਸੀਂ ਟੱਕਰ ਦੇ ਰਹੇ ਹਾਂ। ਆਸੀਆਨ ਦੇ ਵਿੱਚ ਚਾਈਨਾ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਕੰਟਰੀਜ਼ ਤੋਂ। ਦੂਸਰੇ ਪਾਸੇ G20 ਦੇ ਵਿੱਚ ਵੀ ਚਾਈਨਾ ਦੇ ਰੋਲ ਨੂੰ ਅਸੀਂ ਇਸੇ ਨਜ਼ਰ ਨਾਲ ਦੇਖਦੇ ਹਾਂ। ਚਾਈਨਾ ਨੂੰ ਵੀ ਇਸ ਗੱਲ ਦਾ ਪਤਾ ਹੈ, ਇਸੇ ਕਰਕੇ ਚਾਈਨਾ ਦਾ G20 ਸਮਿਟ ਚੋਂ ਜਾਂ ਉਹਨਾਂ ਦੇ ਪ੍ਰਧਾਨ ਦਾ ਦੂਰ ਰਹਿਣਾ ਇੱਕ ਬਹੁਤ ਵੱਡਾ ਸੰਕੇਤ ਹੈ। ਔਰ ਪਤਾ ਕੀ ਹੈ ਆਪਣੇ KP ਜੀ, ਇੱਥੇ ਕਈ ਤਰ੍ਹਾਂ ਦੀ ਪੋਲਿਟਿਕਸ ਚੱਲ ਰਹੀ ਹੈ। ਇੱਕ ਪਾਸੇ ਅਸੀਂ ਅਮਰੀਕਾ ਦੇ ਬਹੁਤ ਕਲੋਜ਼ ਹਾਂ, ਦੂਸਰੇ ਪਾਸੇ ਅਸੀਂ ਬ੍ਰਿਕਸ ਦੇ ਵਿੱਚ ਚਾਈਨਾ ਦੇ ਕਲੋਜ਼ ਹਾਂ। ਇੱਥੇ G20 ਦੇ ਵਿੱਚ ਅਸੀਂ ਅਮਰੀਕਾ ਦੇ ਕਲੋਜ਼ ਹੋਣਾ ਚਾਹੁੰਦੇ ਹਾਂ। ਇਸੇ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਤੇ ਸਾਊਦੀ ਅਰਬ ਦੀ ਜਿਹੜੇ ਲੜਾਈ ਝਗੜੇ ਇਸ ਵੇਲੇ ਚੱਲ ਰਹੇ ਆ ਤੇਲ ਦੀ ਪ੍ਰੋਡਕਸ਼ਨ ਨੂੰ ਲੈ ਕੇ, ਉਹ ਅਮਰੀਕਾ ਹੀ ਯੂਜ਼ ਕਰਨਾ ਚਾਹੁੰਦਾ G20 ਨੂੰ ਆਪਣੇ ਫਾਇਦੇ ਵਾਸਤੇ ਕਿ ਸਾਊਦੀ ਅਰੇਬੀਆ ਨੂੰ ਨੇੜੇ ਲਿਆ ਜਾਵੇ। ਦੂਸਰੇ ਅਮਰੀਕਾ ਦੀ ਈਰਾਨ ਨਾਲ ਲੜਾਈ ਹੈ, ਸਾਊਦੀ ਅਰੇਬੀਆ ਤੇ ਈਰਾਨ ਇਕੱਠੇ ਹੋ ਰਹੇ ਆ। ਇਹ ਕਈ ਤਰ੍ਹਾਂ ਦੇ ਜਿਓਪੋਲਿਟੀਕਲ ਕਨਫਿਗਰੇਸ਼ਨ ਚੱਲ ਰਹੀਆਂ, ਉਹਦੇ ਵਿੱਚੋਂ G20 ਔਰ ਆਸੀਆਨ ਜਿਹੜਾ ਹੈਗਾ ਇੱਕ ਇੰਪੋਰਟੈਂਟ ਅੰਗ ਹੈ। ਠੀਕ ਹੈ, ਤੁਸੀਂ ਕਿਹਾ ਇੰਪੋਰਟੈਂਟ ਅੰਗ ਹੈ। ਮੈਂ ਪ੍ਰੋਫੈਸਰ ਰੌਣਕੀ ਇੱਕ ਛੋਟਾ ਜਿਹਾ ਵਕਫਾ ਲੈ ਕੇ ਤੁਹਾਡੇ ਕੋਲ ਆ ਰਿਹਾ ਹਾਂ। ਬਹੁਤ ਮਹੱਤਵਪੂਰਨ ਪੁਆਇੰਟ ਹੈ ਜਿਹੜੇ ਉਹ ਡਾਕਟਰ ਖਾਲਿਦ ਨੇ ਛੂਏ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਭਾਰਤ ਦੀ ਵਿਦੇਸ਼ ਨੀਤੀ ਹੈਗੀ ਹੈ ਉਸ 'ਤੇ ਹੋਰ ਬਿਹਤਰ ਤਰੀਕੇ ਨਾਲ ਸਮਝ ਸਕੀਏ। ਵਾਪਸ ਆ ਰਹੇ ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਰੌਣਕੀ ਰਾਮ, ਜਦੋਂ ਇਹ ਸਵਾਲ ਸਾਡੇ ਸਾਹਮਣੇ ਆਉਂਦਾ ਕਿ ਅਫਰੀਕੀ ਮੁਲਕਾਂ ਦੇ ਉੱਤੇ ਪ੍ਰਧਾਨ ਮੰਤਰੀ ਫੋਕਸ ਕਰ ਰਿਹਾ, ਯਾਨੀ ਕਿ ਭਾਰਤ ਫੋਕਸ ਕਰ ਰਿਹਾ, ਜਦੋਂ ਫੋਕਸ ਕਰਨ ਦਾ ਮਤਲਬ ਹੁੰਦਾ ਤੇ ਉਦੋਂ ਇਹ ਹੁੰਦਾ ਕਿ ਜਿਹੜਾ ਚਾਈਨਾ ਦਾ ਬੈਲਟ ਰੋਡ ਵਾਲਾ ਪ੍ਰੋਜੈਕਟ ਹੈਗਾ ਉਸ ਦੇ ਵਿਚਾਲੇ ਅਫਰੀਕੀ ਮੁਲਕਾਂ ਦਾ ਬਹੁਤ ਵੱਡਾ ਜ਼ਿਕਰ ਹੋਣਾ ਲਾਜ਼ਮੀ ਹੈਗਾ। ਤੇ ਆਪਣੇ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਅਫਰੀਕੀ ਦੇਸ਼ਾਂ 'ਤੇ ਫੋਕਸ ਕਰਨ ਦਾ ਕੋਈ ਮਤਲਬ ਹੈ ਰੌਣਕੀ ਰਾਮ ਜੀ? ਇਹ ਜਿਹੜੇ ਇਸ਼ੂਜ਼ ਨੇ ਬੜੇ ਇੰਟਰਸਟਿੰਗ ਸਟ੍ਰੈਟੇਜਿਕ ਇਸ਼ੂਜ਼ ਨੇ, ਲਾਰਜਰ ਇਸ਼ੂਜ਼ ਨੇ। ਇਹਨਾਂ ਨੂੰ ਸਮਝਣ ਵਾਸਤੇ ਸਾਨੂੰ ਕੁਛ ਇੱਕ ਚੀਜ਼ਾਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦਾ ਸਮਿਟ ਵਾਸਤੇ ਜਾਣਾ ਆਸੀਅਨ ਦਾ ਔਰ ਈਸਟ ਏਸ਼ੀਆ ਜਿਹੜਾ ਸਮਿਟ ਹੋ ਰਿਹਾ, 2 ਸਮਿਟ ਜਿਹੜੇ 6 ਤੇ 7 ਨੂੰ ਕੱਲ੍ਹ ਨੂੰ ਜਿਹੜਾ ਹੋਣਾ, ਉਹਦੇ 'ਚ ਜਾਣ ਦਾ ਬੜਾ ਇੱਕ ਇੰਟਰਸਟਿੰਗ ਹੈ। ਪਹਿਲੀ ਗੱਲ ਤਾਂ ਹੈ ਕਿ ਜਿਹੜਾ ਇੰਡੀਆ ਹੈਗਾ ਉਹ ਬਿਲਕੁਲ ਫੁੱਲ ਮੈਂਬਰ ਆਸੀਅਨ ਦਾ ਨਹੀਂ ਹੈਗਾ, ਉਹ ਇੱਕ ਡਾਇਲੋਗ ਪਾਰਟਨਰ ਦੇ ਤੌਰ ਤੇ ਆ। ਅਸੀਂ ਹੈਗਾ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ। ਅਸੀਂ 1992 'ਚ ਸਰਕੂਲਰ ਮੈਂਬਰ ਬਣੇ, ਫਿਰ 2002 ਦੇ ਵਿੱਚ ਅਸੀਂ ਉਹਦੇ ਮੈਂਬਰ ਬਣੇ, ਪਰ ਅਸੀਂ ਮੈਂਬਰ ਨਹੀਂ ਹੈਗੇ।
ਅਸੀਂ ਡਾਇਲੋਗ ਕੰਟਰੀਜ਼ ਹੈਗੇ ਆ। ਜਿਹੜੇ ਡਾਇਲੋਗ ਕੰਟਰੀਜ਼ ਹੈਗੇ ਆ ਜਿਹਨੂੰ ਕਹਿੰਦੇ ਆ ਉਹਦੇ ਨਾਲ ਅਸੀਂ ਜੁੜਦੇ ਆ, ਉਹਦੇ ਚੋਂ ਇੰਡੀਆ ਇੱਕ ਹੈਗਾ। ਉਹਦੇ 'ਚ ਮੈਂ ਤੁਹਾਨੂੰ ਦੱਸ ਦੇਵਾਂ ਕਿ 8 ਡਾਇਲੋਗ ਪਾਰਟਨਰ ਹੈਗੇ ਆ। ਉਹਨਾਂ 'ਚ ਕੌਣ ਨੇ? ਆਸਟ੍ਰੇਲੀਆ, ਚਾਈਨਾ, ਇੰਡੀਆ, ਜਾਪਾਨ, ਰਿਪਬਲਿਕ ਆਫ ਕੋਰੀਆ, ਨਿਊਜ਼ੀਲੈਂਡ, ਰਸ਼ੀਆ ਤੇ ਯੂਕੇ ਜਿਹੜੇ ਮੇਨ ਮੈਂਬਰ ਉਹਨਾਂ 'ਚ ਹੈਗੇ ਆ। ਹੁਣ ਸਵਾਲ ਪੈਦਾ ਹੁੰਦਾ ਕਿ ਤੁਸੀਂ ਕਿਹਾ ਕਿ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਉੱਥੇ ਕਿਉਂ ਗਏ? ਉਹਦਾ ਇੱਕ ਕਾਰਨ ਹੈ, ਕਿਉਂਕਿ ਇੱਕ ਨਿਊ ਤਰ੍ਹਾਂ ਦੀ ਥਿੰਕਿੰਗ ਸ਼ੁਰੂ ਹੋਈ ਆ ਜਿਨ੍ਹਾਂ ਨੂੰ ਸਾਡੇ ਫੋਰਨ ਮਿਨਿਸਟਰ ਜੈ ਸ਼ੰਕਰ ਉਹਨਾਂ ਨੇ ਨਾਮ ਦਿੱਤਾ ਰੀਗਲੋਬਲਾਈਜੇਸ਼ਨ। ਰੀਗਲੋਬਲਾਈਜੇਸ਼ਨ, ਉਹ ਜਿਹੜੀ ਇਹ ਰੀਗਲੋਬਲਾਈਜੇਸ਼ਨ ਦਾ ਕਨਸੈਪਟ ਬਣਿਆ ਉਹ ਕੀ ਹੈ ਕਿ ਗਲੋਬਲਾਈਜੇਸ਼ਨ ਸਿਰਫ ਕੰਜ਼ਿਊਮਰ ਆਈਟਮ ਦਾ ਰਿਲੇਟਡ ਨਹੀਂ ਤੇ ਸਿਰਫ ਅਤੇ ਸਿਰਫ ਟਿੱਪਣੀਆਂ ਨਾਲ ਰਿਲੇਟਡ ਨਹੀਂ, ਜਿਹੜੀ ਕਿ ਚਾਈਨਾ ਡੋਮੀਨੇਟਡ ਹੈ ਉਹਦੇ 'ਚ ਪ੍ਰੋਡਕਸ਼ਨ ਡੋਮੀਨੇਟਡ ਹੋਵੇ। ਸਿਰਫ ਚਾਈਨੀਜ਼ ਦੀ ਫੈਕਟਰੀਆਂ ਹੀ ਗਲੋਬਲਾਈਜੇਸ਼ਨ ਨੂੰ ਪੂਰਾ ਨਾ ਇੱਧਰ ਉੱਧਰ ਨੂੰ ਹਲਾਈ ਫਿਰਨ, ਉਹਦੇ 'ਚ ਪ੍ਰੋਡਕਸ਼ਨ ਹੋਵੇ। ਇਹ ਜਿਹੜੇ ਸਾਡੇ ਕੋਲ ਅਸੀਂ ਕੁਆਡ ਬਣਿਆ ਹੈਗਾ, ਕੁਆਡੀਲੇਟਰਲ ਜਿਹੜਾ ਸਿਕਿਉਰਿਟੀ ਸਾਡਾ ਇੱਕ ਜਿਹਨੂੰ ਅਸੀਂ ਕਹਿੰਦੇ ਆ ਕਿ ਸਿਕਿਉਰਿਟੀ ਡਾਇਲੋਗ ਹੈਗਾ, ਉਹਦੇ 'ਚ ਅਸੀਂ ਕੁਆਡ ਕੰਟਰੀਜ਼ ਹੈਗੇ ਆ। ਜਿਹਦੇ ਕੁਆਡ ਕੰਟਰੀ ਵਿੱਚ ਅਸੀਂ ਕੀ ਆ ਕਿ ਸਾਡੇ ਕੋਲ ਅਸੀਂ 4 ਕੰਟਰੀਜ਼ ਹੈਗੇ ਆ, ਆਸਟ੍ਰੇਲੀਆ, ਇੰਡੀਆ, ਜਾਪਾਨ ਤੇ US। ਇਹ ਜਿਹੜਾ ਆਸੀਅਨ ਕੰਟਰੀਜ਼ ਹੈਗੇ ਨਾ ਉਹਦੇ 'ਚ ਕੁਆਡ ਜਿਹੜਾ ਕੰਟਰੀ ਆ ਉਹਨੂੰ ਇੱਕ ਡਰ ਪਿਆ। ਮੋਦੀ ਸਾਹਿਬ ਉੱਥੇ ਗਏ ਨੇ, ਸੀ ਰਾਜ ਮੋਹਨ ਵੀ ਬੜੀ ਅੱਛੀ ਤਰ੍ਹਾਂ ਅੱਜ ਦੇ ਲੇਖ 'ਚ ਆਪਣੇ ਇੰਡੀਅਨ ਐਕਸਪ੍ਰੈਸ ਵਿੱਚ ਦੱਸਦੇ ਨੇ ਕਿ ਉਹ ਕਿਉਂ ਗਏ ਨੇ, ਉਹਨਾਂ ਦਾ ਕੀ ਪਰਪਸ ਆ। ਉਹਦਾ ਪਰਪਸ ਇਹ ਆ ਕਿ ਅਸੀਂ ਉੱਥੇ ਜਾ ਕੇ ਦੱਸਣਾ ਕਿ ਦੇਖੋ ਬਈ ਸਾਡਾ ਕੁਆਡ ਬਣਾਉਣਾ ਕਿਤੇ ਵੀ ਕਿਸੇ ਤਰੀਕੇ ਨਾਲ ਆਸੀਅਨ ਦੀ ਹੋਂਦ ਨੂੰ ਬਿਲਕੁਲ ਕਿਸੇ ਤਰ੍ਹਾਂ ਠਿੱਬੀ ਲਾਉਣਾ ਨਹੀਂ ਹੈਗਾ। ਸਾਡਾ ਤਾਂ ਮਤਲਬ ਇਹ ਹੈ ਕਿ ਅਸੀਂ ਜਿਹੜੀ ਮਲਟੀਲੇਟਰਲ ਸਿਕਿਉਰਿਟੀ ਹੈਗੀ ਆ, ਜਿੱਦਾਂ ਤੁਸੀਂ ਕਿਹਾ ਕਿ ਅਫਰੀਕਨ, ਚਾਹੇ ਉਹ ਆਸੀਅਨ, ਚਾਹੇ ਉਹ ਈਸਟ ਏਸ਼ੀਅਨ, ਜੇ ਨਾਲ ਜਿਹੜੀ ਹੈਗੀ ਆ ਅਸੀਂ ਨੂੰ ਮੋਰ ਜ਼ਿਆਦਾ ਬਾਈਲੇਟਰਲ ਤੇ ਮਲਟੀਲੇਟਰਲ ਸਿਕਿਉਰਿਟੀ 'ਚ ਕਨਵਰਟ ਕਰਨਾ ਹੈਗਾ। ਇੱਕ ਦਾ ਪਰਪਸ ਇਹ ਹੈਗਾ ਉਹਨਾਂ ਦਾ ਉੱਥੇ ਜਾਣ ਦਾ, ਕਿਉਂਕਿ ਉਹਨੂੰ ਦੱਸਣ ਦਾ। ਦੂਜਾ ਉੱਥੇ ਬੜਾ ਇੰਟਰਸਟਿੰਗ ਹੋ ਰਿਹਾ ਕਿ ਪੋਸੀਬਿਲਿਟੀ ਹੈ, ਪਰ ਅਜੇ ਤਾਂ ਨਹੀਂ, ਇਹ ਤਾਂ ਲੀ ਪੈਂਗੀ ਉੱਥੇ ਪਹੁੰਚੇ ਨੇ ਤੇ ਜੀ ਜਿਨਪਿੰਗ ਦੀ ਵੀ ਪੋਸੀਬਿਲਿਟੀ ਨਹੀਂ ਹੈਗੀ। ਪਰ ਸੁਣਿਆ ਸੀ ਕਿ ਅਗਰ ਮੌਕਾ ਲੱਗੇ ਤੇ ਜਿਹੜਾ ਈਸਟ ਏਸ਼ੀਅਨ ਸਮਿਟ ਹੈ, ਕੱਲ੍ਹ ਜਿਹੜਾ ਸਮਿਟ ਹੈ, ਉਹਦੇ 'ਤੇ ਜੇ ਉੱਥੇ ਦੇ ਜੀ ਜਿਨਪਿੰਗ ਆਉਂਦੇ ਨੇ ਤਾਂ ਸਾਈਡ 'ਤੇ ਮੁਲਾਕਾਤ ਹੋ ਸਕਦੀ ਹੈ। ਕਿਉਂ ਜੀ ਜਿਨਪਿੰਗ ਦਿੱਲੀ ਨਹੀਂ ਆ ਰਹੇ, ਦਿੱਲੀ ਲੀਵ ਜਿਹੜੇ ਉਹਨਾਂ ਦੇ ਪ੍ਰੀਮੀਅਰ ਹੈਗੇ ਆ ਉਹ ਹੀ ਆ ਰਹੇ ਨੇ, ਤਾਂ ਉਹ ਪ੍ਰੀਮੀਅਰ ਉੱਥੇ ਵੀ ਨੇ। ਕਿਉਂਕਿ ਚਾਈਨਾ ਨੇ ਇਹ ਵਾਰ-ਵਾਰ ਕਿਹਾ ਹੈਗਾ ਕਿ ਕੋਸ਼ਿਸ਼ ਕੀਤੀ ਹੈਗੀ ਆ G20 ਤੋਂ ਪਹਿਲਾਂ ਕਿ ਦੇਖੋ ਸਾਡੇ ਪ੍ਰਧਾਨ ਦਾ ਇੱਥੇ ਆਉਣਾ ਨਾ ਆਉਣਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ G20 ਨੂੰ ਕੋਈ ਇੰਪੋਰਟੈਂਸ ਨਹੀਂ ਦੇ ਰਹੇ। ਮੈਂ ਤੁਹਾਨੂੰ ਉਹਨਾਂ ਦੀ ਇੱਕ ਉਹਨਾਂ ਦੀ ਸਪੋਕਸ ਪਰਸਨ ਦੀ ਥੋੜੀ ਜਿਹੀ 2-4 ਲਾਈਨਾਂ ਪੜ੍ਹ ਕੇ ਸੁਣਾਉਂਦਾ ਹੈਗਾ। ਉਹ ਕੀ ਕਹਿੰਦੇ ਚਾਈਨਾ ਦੇ ਸਪੋਕਸ ਪਰਸਨ ਨੂੰ? ਕਹਿੰਦੇ ਵੀ ਸਪੋਰਟ ਇੰਡੀਆ in hosting this year's summit and stand ready to work with all parties to make G20 summit a success। ਇਹ ਉਹਨਾਂ ਦੇ ਤੁਸੀਂ ਠੀਕ ਕਹਿ ਰਹੇ ਹੋ ਪ੍ਰੋਫੈਸਰ ਰੌਣਕੀਰਾਮ, ਤੁਸੀਂ ਠੀਕ ਕਹਿ ਰਹੇ ਹੋ, ਉਹਨਾਂ ਦੀ ਸਟੇਟਮੈਂਟ ਇਹ ਹੈਗੀ ਹੈ। ਪਰ ਪ੍ਰੋਫੈਸਰ ਰੌਣਕੀਰਾਮ, ਜਦੋਂ ਭਾਰਤ ਇਹ ਪ੍ਰਭਾਵ ਜਤਾਉਂਦਾ ਹੋਵੇ ਕਿ ਚਲੋ ਕਈ ਵਾਰੀ ਕਈ ਦੇਸ਼ਾਂ ਦੇ ਮੁਖੀਆ ਜਿਹੜੇ ਨਹੀਂ ਪਹੁੰਚ ਸਕਦੇਗੇ, ਤੇ ਉਸ ਪ੍ਰਭਾਵ ਨੂੰ ਸਰ ਅਸੀਂ ਕਿਵੇਂ ਮੰਨੀਏ? ਕੋਈ ਇੱਕ ਕੈਜੂਅਲ ਅਪਰੋਚ ਵਾਂਗੂ ਅਸੀਂ ਉਹਨੂੰ ਪੇਸ਼ ਕਰ ਲਈਏ ਕਿ ਜਾਂ ਇੱਕ ਸੀਰੀਅਸ ਇਸ਼ੂ ਵਾਂਗੂ ਪੇਸ਼ ਕਰੀਏ ਵੀ ਜੇ ਚਾਈਨਾ ਦੇ ਰਾਸ਼ਟਰਪਤੀ ਇੱਥੇ ਨਹੀਂ ਪਹੁੰਚ ਰਹੇ, ਰੂਸ ਦੇ ਰਾਸ਼ਟਰਪਤੀ ਇੱਥੇ ਨਹੀਂ ਪਹੁੰਚ ਰਹੇ, ਤਾਂ ਉਹਦਾ ਕੋਈ ਮਤਲਬ ਹੈਗਾ ਸਰ? ਪ੍ਰੋਫੈਸਰ ਰੌਣਕੀਰਾਮ ਬਿਲਕੁਲ ਉਹਦੇ ਨਾਲ ਜਦੋਂ ਮੋਦੀ ਸਾਹਿਬ ਹੁਣ ਇੱਥੇ ਗਏ ਨੇ ਇਹ 2 ਸਮਿਟ ਅਟੈਂਡ ਕਰਨ ਵਾਸਤੇ, ਆਸੀਅਨ ਦਾ, ਆਸੀਅਨ ਇੰਡੀਆ ਤੇ ਈਸਟ ਏਸ਼ੀਆ ਸਮਿਟ, ਉਹਦੇ 'ਚ ਬੜੀ ਇੱਕ ਕਲੀਅਰ ਕੱਟ ਵੱਡੀ ਸਟੇਟਮੈਂਟ ਹੈਗੀ ਆ ਕਿ ਨਾਓ ਲੁੱਕ ਇਹ ਜਿਹੜੇ ਆਸੀਅਨ ਦੀ ਮੀਟ ਹੋ ਰਹੀ ਆ ਉਹ ਤੇ ਜਿਹੜੀ G20 ਦੀ ਮੀਟ ਦਿੱਲੀ ਹੋ ਰਹੀ ਆ, ਇਹ ਕੋਈ ਰੀਜਨਲ ਸਮਾਲ ਮੀਟ ਨਹੀਂ ਹੈਗੇ। ਜਿਹੜਾ ਲਾਰਜਰ ਗਲੋਬਲ ਸਾਊਥ ਹੈਗਾ ਉਸ ਗਲੋਬਲ ਸਾਊਥ ਦੇ ਇਸ਼ੂ ਨੂੰ ਲੈਣਾ ਹੈ। ਉਹਦੇ 'ਚ ਸੀ ਰਾਜ ਮੋਹਨ ਨੇ ਬਹੁਤ ਅੱਛੇ ਸਟ੍ਰੈਟੇਜਿਕ ਥਿੰਕਰਸ ਨੇ, ਉਹਦੇ 'ਚ ਉਹਨਾਂ ਨੇ 2-3 ਪੁਆਇੰਟ ਬੜੇ ਇੰਪੋਰਟੈਂਟ ਦਿੱਤੇ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਚਾਹਾਂ। ਉਹ ਕਹਿ ਰਹੇ ਨੇ ਕਿ ਇੰਡੀਆ ਇਜ਼ ਨਾਟ ਵਾਕਿੰਗ ਅਵੇ ਫਰੋਮ ਕ੍ਰਿਟੀਕਲ ਮਲਟੀਲੇਟਰਲਿਜ਼ਮ। ਕੱਲੀ G20 ਦੇ ਫੋਕਸ ਨਹੀਂ, ਆਸੀਅਨ ਤੇ ਵੀ ਉਹਨੇ ਇੰਪੋਰਟੈਂਟ ਫੋਕਸ ਹੈ, ਈਸਟ ਏਸ਼ੀਆ ਸਮਿਟ ਤੇ ਵੀ ਉਹਨੇ ਇੰਪੋਰਟੈਂਟ ਫੋਕਸ ਹੈ। ਕਿਉਂਕਿ ਡਿਸਪਾਈਟ ਦਾ ਕਰੰਟ ਕ੍ਰਾਈਸਿਸ ਐਂਡ ਮਲਟੀਲੇਟਰਲਿਜ਼ਮ, ਉਹ ਕਹਿ ਰਹੀ ਹੈ ਨਾ ਕਿ ਕਿਤੇ ਇੰਡੀਆ ਚਾਈਨਾ ਦਾ ਥੋੜਾ ਬਹੁਤ ਡਿਫਰੈਂਸਿਸ ਹੈ ਨੇ ਗਲਵਾਨ ਔਨਵਰਡਸ ਤੋਂ ਬਾਅਦ। ਇੰਡੀਆ ਹੈਜ਼ ਪੁੱਟ ਇਨ ਮਚ ਐਫਰਟ in the last 9 months not to tie the fate of G20 ਨੂੰ ਸਿਰਫ ਅਤੇ ਸਿਰਫ ਉਹਨਾਂ ਇਸ਼ੂ ਨਾਲ ਰਿਲੇਟਡ ਜਿਹੜੇ ਸਾਡੇ ਨਾਲ ਉਹ ਨਹੀਂ, ਲਾਰਜਰ ਇਸ਼ੂ ਜਿਹੜੇ ਨੇ ਗਲੋਬਲ ਸਾਊਥ ਤੇ
ਉਹਨਾਂ ਨੂੰ ਰਿਲੇਟ ਕਰਨਾ। ਦੈਟ ਸ਼ੋਜ਼ ਕਿ ਇੰਡੀਆ ਇਜ਼ ਮਚ ਮੋਰ ਕੰਸਰਨਡ ਠੀਕ 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 ਵਿਦ ਦ ਠੀਕ 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 ਹੈ ਠੀਕ ਹੈ। ਇਸ ਕਰਕੇ ਮੋਦੀ ਸਭ ਤੋਂ ਉੱਤੇ ਜਾਣਾ ਇੱਕ ਲਾਰਜਰ ਇਸ਼ੂ ਨੂੰ ਜਿਹੜੇ ਮਲਟੀਲੇਟਰਲ ਇਸ਼ੂਜ਼ ਹੈਗੇ ਆ ਰੀਗਲੋਬਲਾਈਜੇਸ਼ਨ ਹੈ ਉਹਨੂੰ ਇੰਪੋਰਟੈਂਸ ਦਿੰਦਾ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ। ਠੀਕ 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 ਹੈ ਡਾਕਟਰ, ਹੁਣ ਕਿ ਮੈਂ ਵਾਪਸ ਆਉਂਗਾ ਤੁਹਾਡੇ ਕੋਲ। ਡਾਕਟਰ ਖਾਲਿਦ ਲਾਸਟ ਸੈਕਿੰਡ ਮੋਰ, ਦੂਸਰਾ ਜਿਹੜਾ ਉੱਥੇ ਵਹਿਮ ਪੈਦਾ ਹੋ ਰਿਹਾ ਕਿ ਜਿਹੜਾ ਕੁਆਡ ਹੈਗੇ ਆ ਕੋਆਰਡੀਨੇਟਰਲ ਸਿਕਿਉਰਿਟੀ ਪੈਕਟ ਹੈਗਾ ਇਹ ਸ਼ਾਇਦ ਐਂਟੀ ਚਾਈਨਾ ਹੈ, ਉਹਨੂੰ ਵੀ ਸਹੀ ਕਰਨ ਵਾਸਤੇ ਦੇਖੋ ਵੀ ਵੀ ਆਰ ਨੋਟ ਟ੍ਰਾਈਂਗ ਟੂ ਬਿਲਡ ਅ ਨਿਊ ਕੋਲਡ ਵਾਰ, ਐਸਾ ਨਹੀਂ ਹੈ। ਚਲੋ ਠੀਕ 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 ਹੈ। ਡਾਕਟਰ ਖਾਲਿਦ ਜਦੋਂ ਅਸੀਂ ਸੌਖੇ ਸ਼ਬਦਾਂ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜਾ ਚਾਈਨਾ ਜਿਹੜਾ ਵਿਸਥਾਰਵਾਦੀ ਨੀਤੀ ਦਾ ਮਾਸਟਰ ਮੰਨਿਆ ਜਾਂਦਾ ਹੈ, ਉਹ ਵਿਸਥਾਰਵਾਦੀ ਨੀਤੀ ਦੇ ਵਿਚਾਲੇ ਕਿ ਚਾਈਨਾ ਦੇ ਅੱਗੇ ਭਾਰਤ ਆਪਣਾ ਮਜ਼ਬੂਤੀ ਨਾਲ ਪੱਖ ਰੱਖ ਸਕੇਗਾ ਜਾਂ ਨਹੀਂ ਰੱਖ ਸਕੇਗਾ, ਜਾਂ ਅਸੀਂ ਉਸ ਸਟੇਚਰ ਤੇ ਆਪਦੇ ਆਪ ਨੂੰ ਕਾਇਮ ਰੱਖੀਏ ਕਿ ਸਾਡੀ ਤਾਂ ਜ਼ਰੂਰਤ ਹੈ ਦੁਨੀਆ ਨੂੰ। ਖਾਲਿਦ ਸਾਹਿਬ ਦੇਖੋ, ਤੁਹਾਨੂੰ ਮੈਂ ਗੱਲ ਦੱਸਾਂ ਵੀ ਚਾਈਨਾ ਤੇ ਇੰਡੀਆ ਦੇ ਵਿੱਚ ਬੜੇ ਸੀਰੀਅਸ ਡਿਫਰੈਂਸਸ ਹੈ। ਜਿਹੜਾ ਜੁਆਇੰਟ ਕਮਿਊਨੀਕੇ ਹੈ, ਇਹਨਾਂ ਨੇ ਇੱਕ ਇਕੱਠੀ ਸਾਂਝੀ ਸਟੇਟਮੈਂਟ ਦੇਣੀ ਹੈ। ਉਸ ਸਟੇਟਮੈਂਟ ਨੂੰ ਲੈ ਕੇ ਚਾਈਨਾ ਇੰਡੀਆ ਜੇ ਕਹਿ ਰਿਹਾ ਹੈ ਕਿ ਵਾਸੂਦੇਵ ਕੁਟੁੰਬਕਮ ਜਿਹੜਾ ਹੈਗਾ ਇਸ ਬੇਸ ਦੇ ਉੱਪਰ ਅਸੀਂ ਇਹ ਸਮਿਟ ਰੱਖਿਆ ਹੈ, ਤਾਂ ਚਾਈਨਾ ਕਹਿੰਦਾ ਤੁਸੀਂ ਵਨ ਬੈਲਟ ਵਨ ਰੋਡ ਪਾਲਿਸੀ ਜਿਹੜੀ ਹੈਗੀ ਆ ਉਹਨੂੰ ਵੀ ਐਡ ਕਰੋ ਇਹਦੇ ਵਿੱਚ ਜੁਆਇੰਟ ਕਮਿਊਨੀਕੇ ਦੇ ਵਿੱਚ। ਦੂਸਰੀ ਚੀਜ਼, ਯੂਕਰੇਨ ਦੀ ਵਾਰ ਨੂੰ ਲੈ ਕੇ ਚਾਈਨਾ ਤੇ ਰਸ਼ੀਆ ਨਹੀਂ ਚਾਹਣਗੇ ਕਿ ਵੈਸਟ ਦੇ ਨਾਲ ਮਿਲ ਕੇ ਜੁਆਇੰਟ ਸਟੇਟਮੈਂਟ ਦਿੱਤੀ ਜਾਵੇ। ਜੁਆਇੰਟ ਕਿਉਂਕਿ ਰਸ਼ੀਆ ਤੇ ਚਾਈਨਾ ਬਿਲਕੁਲ ਡਿਫਰੈਂਟ ਤਰੀਕੇ ਦੇ ਨਾਲ ਸੋਚਦੇ ਹੈ और यूरोपियन यूनियन और अमेरिका डिफरेंट तरीके नाल सोचते हैं, दोनों विरोधी हैं जिथे तक सवाल हैगा यूक्रेन वॉर दा। इस करके भी डिफरेंसेस हैं और मोस्ट लाइकली कोई जॉइंट स्टेटमेंट नहीं आ पाएगी जिहदे विच सारे सहमत होण। बहुत वड्डी स्टेटमेंट दे रहे हो तुसीं डॉक्टर खालिद जी। इस करके मैं कह रहा कि अमेरिका रशिया दे प्रेसिडेंट दा नाम होना और उत्थे प्राइम मिनिस्टर ਨੂੰ ਭੇਜਣਾ, ਸੌਰੀ ਰਸ਼ੀਆ ਦੇ ਪ੍ਰੈਜ਼ੀਡੈਂਟ ਦਾ ਨਾਮ ਆਉਣਾ, ਚਾਈਨਾ ਦਾ ਆਪਣਾ ਪ੍ਰੈਜ਼ੀਡੈਂਟ ਨਾਮ ਆਉਣਾ ਤੇ ਪ੍ਰਾਈਮ ਮਿਨਿਸਟਰ ਨੂੰ ਭੇਜਣਾ, ਇਹਦੇ ਪਿੱਛੇ ਬਹੁਤ ਜ਼ਿਆਦਾ ਸੰਕੇਤ ਹੈ। ਇਹਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ। ਚਲੋ ਮੈਂ ਇਸੇ ਪੁਆਇੰਟ ਤੇ ਸਰ ਵਾਪਸ ਆ ਰਿਹਾ, ਇਸੇ ਪੁਆਇੰਟ ਤੇ ਵਾਪਸ ਆ ਰਿਹਾ ਜਿਹੜਾ ਤੁਸੀਂ ਪੁਆਇੰਟ ਚੁੱਕਿਆ ਕਿ ਜੇ ਦੋ ਮੁਲਕਾਂ ਦੇ ਰਾਸ਼ਟਰਪਤੀ ਨਹੀਂ ਆ ਰਹੇ ਤਾਂ ਬਹੁਤ ਇਹ ਇੱਕ ਸੋਚਣ ਵਾਲਾ ਵਿਸ਼ਾ ਹੈਗਾ, ਇਹਨੂੰ ਲਾਈਟਲੀ ਨਹੀਂ ਲਿੱਤਾ ਜਾ ਸਕਦਾ। ਡਾਕਟਰ ਖਾਲਿਦ ਕਹਿ ਰਿਹਾ, ਵਾਪਸ ਆ ਕੇ ਇਸ ਨੂੰ ਹੋਰ ਸਮਝਾਂਗੇ। एक बार फिर थोड़ा स्वागत करते हैं। डॉक्टर खालिद, ਜਿਹੜਾ G20 ਦਾ ਇਹ ਸਾਰਾ ਸਮੂਹ ਹੈਗਾ ਉਹ ਦੁਨੀਆ ਦੀ ਬਹੁਤ ਵੱਡੀ GDP ਦਾ ਹਿੱਸਾ ਆਪਦੇ ਕੋਲ ਰੱਖਦਾ ਹੈ ਤੇ ਜਿਹੜਾ ਇੱਥੋਂ ਫੈਸਲਾ ਹੋਊਗਾ ਉਹ ਦੁਨੀਆ ਦੀ ਇਕਨੋਮੀ ਤੇ ਅਸਰ ਪਾਊਗਾ। ਡਾਕਟਰ ਖਾਲਿਦ, ਤਾਂ ਲੱਗਦਾ ਕਿ ਇੱਥੇ ਇਹੋ ਜਿਹੇ ਫੈਸਲੇ ਨਿਕਲਣਗੇ ਜਿਹੜੇ ਦੁਨੀਆ ਦੀ ਇਕਨੋਮੀ ਤੇ ਅਸਰ ਪਾਉਣਗੇ? ਦੇਖੋ, G20 ਬੇਸਿਕਲੀ ਬਣਿਆ ਸੀਗਾ ਜਿਸ ਵੇਲੇ ਏਸ਼ੀਆ ਦਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਹੈ से 1987 ਤੇ। ਉਸ ਤੋਂ ਬਾਅਦ ਇਹਦੇ ਵਿੱਚ ਹੋਰ ਚੀਜ਼ਾਂ ਬੜੀਆਂ ਐਡ ਕੀਤੀਆਂ ਜਾਂਦੀਆਂ। ਤਕਰੀਬਨ 13 ਇਸ ਤਰ੍ਹਾਂ ਦੇ ਕੰਪੋਨੈਂਟ ਹੈਗੇ ਆ ਜਿਹਦੇ ਪਰ ਇਸ ਵੇਲੇ G20 ਜਿਹੜਾ ਹੈਗਾ ਕੰਮ ਕਰ ਰਿਹਾ ਹੈ। ਉਹ 13 ਜਿਹੜਾ ਕੰਪੋਨੈਂਟ ਹੈ ਉਹਦੇ ਵਿੱਚ ਐਗਰੀਕਲਚਰ ਵੀ ਹੈ, ਉਹਦੇ ਵਿੱਚ ਸਾਈਬਰ ਸਿਕਿਉਰਿਟੀ ਵੀ ਹੈ, ਉਹਦੇ ਵਿੱਚ ਵਾਟਰ ਸਕੇਰਸਿਟੀ ਵੀ ਹੈ, ਉਹਦੇ ਵਿੱਚ ਜਿਹੜੇ ਗਰੀਬ ਦੇਸ਼ ਹੈ ਉਹਨਾਂ ਦਾ ਵੱਧਦਾ ਹੋਇਆ ਕਰਜ਼ਾ ਵੀ ਹੈ, ਟ੍ਰੇਡ ਵੀ ਹੈ, ਟੂਰਿਜ਼ਮ ਵੀ ਹੈ, एनवायरमेंट भी है। वो सारिया चीज़ ऐड हो गई हैं ਜਿਹੜੀਆਂ ਕਿ ਪੋਸੀਬਲੀ ਹੋ ਸਕਦੀਆਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ। ਇਸ ਕਰਕੇ ਕੱਲਾ ਇਕਨੋਮਿਕ ਉਹ ਨਹੀਂ ਹੈ, ਬੇਸ਼ੱਕ ਵਰਲਡ ਦੀਆਂ ਮੇਜਰ ਇਕਨੋਮੀਜ਼ ਇਹਦਾ ਪਾਰਟ ਹੈ। ਇਹਦਾ ਚਾਈਨਾ ਵੀ ਪਾਰਟ ਹੈ, ਬ੍ਰਾਜ਼ੀਲ ਵੀ ਪਾਰਟ ਹੈ, UK ਵੀ ਪਾਰਟ ਹੈ, ਯੂਰਪੀਅਨ ਯੂਨੀਅਨ ਵੀ ਪਾਰਟ ਹੈ, ਅਮਰੀਕਾ। ਚਲੋ ਡਾਕਟਰ ਖਾਲਿਦ, ਤੁਸੀਂ ਇੱਕ ਸਪੈਸੀਫਿਕ ਕਰ ਸਕਦੇ ਹੋ ਸਰ ਕਿਹੜੇ ਵੱਡੇ ਇਸ਼ੂ ਤੇ ਅਸਰ ਪੈ ਜਾਊਗਾ? ਚਾਹੇ ਅਸੀਂ ਜਲਵਾਯੂ ਪਰਿਵਰਤਨ ਦੀ ਗੱਲ ਕਰ ਲਈਏ ਸਰ, ਚਾਹੇ ਤੁਸੀਂ ਇਕਨੋਮੀ ਦੀ ਗੱਲ ਕਰ ਲਓ, ਚਾਹੇ ਅਸੀਂ ਜਿਹੜੇ ਆਦਾਨ ਪ੍ਰਦਾਨ ਹੁੰਦੇ ਆ ਮੁਲਕਾਂ ਦੇ ਵਿਚਾਲੇ ਉਹਦੀ ਗੱਲ ਕਰ ਲਓ ਸਰ, ਕਿਹੜੇ ਵੱਡਾ ਅਸਰ ਹੋਊਗਾ ਸਰ? ਡਾਕਟਰ ਖਾਲਿਦ, ਕਿਸੇ ਦਾ ਪੁਆਇੰਟ ਕਰਨਾ ਦੇਖੋ, ਜਿਹੜਾ ਮੇਨ ਜਿਹੜਾ ਫੋਕਸ ਰਹਿਣ ਦੀ ਉਮੀਦ ਹੈ ਉਹਦੇ ਵਿੱਚ ਇੱਕ ਤਾਂ ਸਾਈਬਰ ਸਿਕਿਉਰਿਟੀ ਦੀ ਗੱਲ ਹੈ, ਠੀਕ ਹੈ, ਜਿਹੜਾ ਕਿ ਬੜਾ ਇੰਪੋਰਟੈਂਟ ਹੈ, ਔਰ ਸਪੇਸ ਇਕਨੋਮੀ ਦੀ ਗੱਲ ਹੈ
ਜਿਹਦੇ ਪਰ ਗੱਲ ਹੋ ਸਕਦੀ ਹੈ। ਔਰ ਜਿਹੜਾ ਕਿ ਇੱਕ ਰਾਈਜ਼ਿੰਗ ਇੱਕ ਜਿਹੜਾ ਗਰੀਬ ਦੇਸ਼ਾਂ ਦੇ ਉੱਪਰ ਕਰਜ਼ਾ ਵੱਧ ਰਿਹਾ ਹੈ, ਉਹ ਇੱਕ ਇੰਪੋਰਟੈਂਟ ਇਸ਼ੂ ਹੈ ਜਿਹਦੇ ਬਾਰੇ ਇੱਥੇ ਗੱਲ ਕਰਨਗੇ। ਕਲਾਈਮੇਟ ਚੇਂਜ ਔਰ ਇੱਕ ਹੈਲਥ ਸੈਕਟਰ ਦੇ ਵਿੱਚ ਅਫੋਰਡੇਬਲ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰਨਾ, ਇਹ ਕੁਝ ਬੜੇ ਇੰਪੋਰਟੈਂਟ ਇਸ਼ੂ ਹੈ। ਸਰ ਡਾਕਟਰ ਖਾਲੀ ਜਿਹੜਾ ਤੁਸੀਂ ਇਸ਼ਾਰਾ ਕਰ ਰਹੇ ਹੋ ਸਰ, ਡਾਕਟਰ ਖਾਲੀ ਜਿਹੜਾ ਤੁਸੀਂ ਇਸ਼ਾਰਾ ਕਰ ਰਹੇ ਹੋ ਜਿਹੜੇ ਛੋਟੇ ਦੇਸ਼ ਹੈ ਉਹਨਾਂ ਦੇ ਕਰਜ਼ ਦਾ ਮਸਲਾ, ਸਰ ਫਿਰ ਉਹ ਅਫਰੀਕੀ ਕੰਟਰੀਜ਼ ਤੇ ਫੋਕਸ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਕਰ ਰਿਹਾ, ਅਸੀਂ ਉਸ ਨੂੰ ਉਸ ਨਜ਼ਰੀਏ ਨਾਲ ਸਮਝੀਏ ਸਰ? ਨਹੀਂ, ਅਫਰੀਕਨ ਕੰਟਰੀਜ਼ ਦੇ ਉੱਪਰ ਜ਼ਿਆਦਾ ਫੋਕਸ ਯੂਰਪੀਅਨ ਯੂਨੀਅਨ ਕਰ ਰਹੀ ਹੈ। ਯੂਰਪੀਅਨ ਯੂਨੀਅਨ ਨੂੰ ਇਦਾਂ ਲੱਗਦਾ ਹੈ ਕਿ ਚਾਈਨਾ ਜਿਹੜਾ ਕਿ ਅਫਰੀਕਾ ਦੇ ਵਿੱਚ ਬਹੁਤ ਇਨਵੈਸਟਮੈਂਟ ਕਰ ਰਿਹਾ ਹੈ, ਜਦ ਚਾਈਨਾ ਉੱਥੇ ਉਨੀ ਸਟਰੈਂਥ ਦੇ ਵਿੱਚ ਨਹੀਂ ਹੋਊਗਾ ਤਾਂ ਯੂਰਪੀਅਨ ਯੂਨੀਅਨ ਟਰਾਈ ਕਰੂਗੀ ਕਿ ਅਫਰੀਕਨ ਕੰਟਰੀਜ਼ ਨੂੰ ਦੇ ਵਿੱਚ ਆਪਣਾ ਦਬਦਬਾ ਜਾਂ ਆਪਣਾ ਟ੍ਰੇਡ ਜਿਹੜਾ ਹੈਗਾ ਵਧਾਉਣ ਦੀ ਕੋਸ਼ਿਸ਼ ਕਰੇ। ਇੰਡੀਆ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਔਰ ਚਾਈਨਾ ਸਾਡੇ ਨਾਲੋਂ ਬਹੁਤ ਅੱਗੇ ਹੈ ਜਿੱਥੇ ਤੱਕ ਕਿ ਅਫਰੀਕਨ ਕੰਟਰੀਜ਼ ਦੇ ਵਿੱਚ ਇਨਵੈਸਟਮੈਂਟ ਦਾ ਸਵਾਲ ਹੈ। ਚਲੋ ਠੀਕ, ਇੱਕ ਮਿੰਟ ਮੈਂ ਵਾਪਸ ਆ ਰਿਹਾ। ਡਾਕਟਰ ਰੌਣਕੀ ਰਾਮ, ਤੁਹਾਨੂੰ ਲੱਗਦਾ ਕਿ G20 ਤੋਂ ਜਿਹੜੇ ਫੈਸਲੇ ਨਿਕਲਣਗੇ, ਡਾਕਟਰ ਖਾਲਿਦ ਹਾਲਾਂਕਿ ਕਹਿ ਰਹੇ ਇਕੱਲਾ ਇਕਨੋਮੀ ਨੂੰ ਅਸੀਂ ਅੱਗੇ ਰੱਖ ਕੇ ਨਹੀਂ ਦੇਖ ਸਕਦੇ, ਤੁਹਾਨੂੰ ਲੱਗਦਾ ਕਿ ਇੰਟਰਨੈਸ਼ਨਲ ਟ੍ਰੇਡ ਤੇ ਅਸਰ ਪਊਗਾ ਸਰ? ਕੇਪੀ ਜੀ, ਅਗਰ ਤੁਸੀਂ ਇਸ ਤਰ੍ਹਾਂ ਦੇ ਇਹਦੇ ਤੋਂ ਰਿਜ਼ਲਟ ਦੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਇੰਪੋਰਟੈਂਟ ਹੈ ਕਿ ਇਹ ਜਿਹੜਾ ਸਮਿਟ ਹੋ ਰਿਹਾ ਹੈ, ਇਹ ਸਮਿਟ ਉਸ ਵਕਤ ਹੋ ਰਿਹਾ ਹੈ ਜਦੋਂ ਵਰਲਡ ਦੇ ਵਿੱਚ ਡਿਫਰੈਂਟ ਰੀਜਨ ਵਿੱਚ ਔਰ ਓਵਰਆਲ ਬਹੁਤ ਮੇਜਰ ਡਿਵੈਲਪਮੈਂਟ ਹੋ ਰਹੀਆਂ ਨੇ ਔਰ ਹੋਣ ਜਾ ਰਹੀਆਂ ਨੇ। ਬੜੀ ਇੰਟਰਸਟਿੰਗ ਹੈ ਕਿ ਇੱਕ ਪਾਸੇ ਤੇ ਜਿਹੜਾ ਯੂਕਰੇਨ ਕ੍ਰਾਈਸਿਸ ਔਰ ਰੈਸਟ ਆਫ ਦਾ ਨਾਟੋ ਵਰਲਡ ਇਨਕਲੂਡਿੰਗ ਅਮਰੀਕਾ, ਉਹਨਾਂ ਦੀ ਇੱਕ ਵਿੱਚ ਜਿਹੜੀ ਬਹੁਤ ਜ਼ਿਆਦਾ ਕਲੋਜ਼ਨੈਸ ਹੋ ਕੇ ਦੇ ਆਰ ਟ੍ਰਾਈਂਗ ਟੂ ਪ੍ਰੋਜੈਕਟ ਐਜ਼ ਇਫ ਯੂਕਰੇਨ ਜਿਹੜਾ ਹੈਗਾ ਉਹਦੇ ਉੱਤੇ ਪੂਰਾ ਨਾਟੋ, ਪੂਰਾ ਯੂਰਪ ਐਂਡ ਪੂਰਾ ਅਮਰੀਕਾ ਦਾਅ ਤੇ ਲੱਗਾ ਹੋਇਆ। ਦੂਸਰੇ ਪਾਸੇ ਤੁਸੀਂ ਨੋਟ ਕੀਤਾ ਹੋਣਾ ਕਿ ਰਸ਼ੀਆ ਔਰ ਨਾਰਥ ਕੋਰੀਆ ਇਵਨ they are trying to quite closer because North Korea is a close friend of Cold War, close friend of Russia. Secondly, Xi Jinping and Putin, they are also becoming closer. It is in that context something is happening. G20 should not look at this moment that India is becoming closer to more towards Europe and America. ਡਾਕਟਰ ਰੌਣਕੀ ਤੁਸੀਂ ਇੱਕ ਸਟੇਟਮੈਂਟ ਦਾ ਜ਼ਿਕਰ ਕੀਤਾ ਸੀਗਾ, ਮੈਂ ਉਹਦੇ ਹਵਾਲੇ ਨਾਲ ਤੁਹਾਡੇ ਤੋਂ ਸਵਾਲ ਲੈ ਰਿਹਾ। ਜਦੋਂ ਚਾਈਨਾ ਵੱਲੋਂ ਸਟੇਟਮੈਂਟ ਆਉਂਦੀ ਹੈ ਕਿ G20 ਦੀ ਪ੍ਰਧਾਨਗੀ ਕਰ ਰਿਹਾ ਭਾਰਤ, ਇੱਕ ਚੰਗੀ ਗੱਲ ਹੈ, ਸੰਬੰਧਾਂ ਦੇ ਉੱਤੇ ਜ਼ਿਕਰ ਹੋ ਰਿਹਾ। ਜਦੋਂ ਅਮਰੀਕੀ ਰਾਸ਼ਟਰਪਤੀ ਬਾਈਡਨ ਦਾ ਕਮੈਂਟ ਇਹ ਆਉਂਦਾ ਕਿ ਚਾਈਨਾ ਦੇ ਰਾਸ਼ਟਰਪਤੀ ਨਹੀਂ ਆ ਰਹੇ ਤਾਂ ਇਹ ਨਿਰਾਸ਼ਾਜਨਕ ਹੈ। ਡਾਕਟਰ ਰੌਣਕੀ ਰਾਮ, ਇਹਨੂੰ ਮੈਂ ਕਿਵੇਂ ਸਮਝਾਂ ਸਰ? ਅਮਰੀਕਾ ਕੀ ਸੋਚ ਰਿਹਾ ਤੇ ਦਿਖਾ ਕੀ ਰਿਹਾ, ਭਾਰਤ ਕੀ ਸੋਚ ਰਿਹਾ ਤੇ ਕੀ ਦਿਖਾ ਰਿਹਾ? ਕੇਪੀ ਜੀ, ਸਾਡੇ ਇੰਡੀਆ ਦੀ ਫੋਰਨ ਪਾਲਿਸੀ ਦਾ ਖਾਸ ਅੰਗ ਹੈ ਉਹ ਹੈ ਕਿ ਅਸੀਂ ਇਮੀਡੀਏਟਲੀ ਆਫਟਰ ਸੈਕੰਡ ਵਰਲਡ ਵਾਰ, ਜਦੋਂ ਕੋਲਡ ਵਾਰ ਸ਼ੁਰੂ ਹੁੰਦੀ ਆ, ਅਸੀਂ ਕੋਸ਼ਿਸ਼ ਕੀਤੀ ਆ ਕਿ ਨੀਦਰ ਏ ਬਲੌਕ ਐਟ ਦੈਟ ਟਾਈਮ USSR ਨੌਰ ਰਸ਼ੀਆ ਨੌਰ US ਬਲੌਕ ਜਿਹੜਾ ਕਿ ਪੋਪ ਨੂੰ ਕਹਿ ਸਕਦੇ ਆਪਾਂ ਅਮਰੀਕਾ ਸੀਗਾ, ਅਸੀਂ ਮਿਡਲ ਵੇਟ ਫੋਲੋ ਕੀਤਾ। ਇਸ ਲਈ ਅਗਰ ਮੋਦੀ ਸਾਹਿਬ ਦਾ G20 ਦੇ ਉੱਤੇ ਸਿਰਫ ਇੱਥੇ ਰਹਿ ਕੇ ਆਸੀਅਨ ਨੂੰ ਛੱਡ ਦਿੰਦੇ, ਆਸੀਅਨ ਇੰਡੀਆ ਸਮਿਟ ਔਰ ਆਸੀਅਨ ਈਸਟ ਏਸ਼ੀਆ ਸਮਿਟ, ਉਹਦੇ 'ਚ ਇੱਕ ਬੜੀ ਅਲੱਗ ਤਰ੍ਹਾਂ ਦੀ ਨਿਕਲਣੀ ਸੀ ਚੀਜ਼। ਅਸੀਂ ਕੀ ਕੀਤਾ, ਮੋਦੀ ਸਾਹਿਬ ਉੱਤੇ ਜਾ ਕੇ ਇਹ ਕਹਿ ਰਹੇ ਨੇ ਚਾਈਨਾ ਨੂੰ, ਪਹਿਲੀ ਗੱਲ ਤੇ ਇੱਕ, ਇੰਡੀਆ ਇਜ਼ ਨਾਟ ਟਰਾਈਂਗ ਟੂ ਬਿਲਡ ਅਪ ਐਨੀ ਕਲੋਜ਼ਰ ਰਿਲੇਸ਼ਨ ਅਪਾਰਟ ਫਰੋਮ ਏਸ਼ੀਆ ਐਂਡ ਈਸਟ ਏਸ਼ੀਆ ਵਿਦ ਯੂਰਪ, ਕਿਉਂਕਿ 9 ਕੁਆਡ ਕੰਟਰੀ ਜਿਹੜੇ ਨੇ ਆਸਟ੍ਰੇਲੀਆ, ਇੰਡੀਆ, ਜਾਪਾਨ ਜਿਹੜੇ ਨੇ, ਅਸੀਂ ਕੀ ਕਰ ਰਹੇ ਹਾਂ, ਸਾਡਾ ਪਰਪਸ ਚਾਈਨਾ ਨੂੰ ਕਿਸੇ ਤਰ੍ਹਾਂ ਨਾਲ ਆਈਸੋਲੇਟ ਕਰਨਾ ਨਹੀਂ ਹੈਗਾ, ਸਾਡਾ ਪਰਪਸ ਆਸੀਅਨ ਦੀ ਕਿਸੇ ਤਰ੍ਹਾਂ ਵੀ ਪੋਜੀਸ਼ਨ ਨੂੰ ਘੱਟ ਕਰਨਾ ਨਹੀਂ ਹੈਗਾ। ਸਾਡਾ ਪਰਪਸ ਹੈ ਕਿ ਜਿਸ ਤਰ੍ਹਾਂ ਖਾਲਸਾ ਸਾਹਿਬ ਨੇ ਕਿਹਾ ਕਿ ਜਿਹੜਾ ਗਰੀਬ ਦੇਸ਼ ਹੈਗੇ ਨੇ, ਡਿਵੈਲਪਿੰਗ ਵਰਲਡ ਹੈ, ਡਿਵੈਲਪ ਵਰਲਡ ਹੈ, ਅਸੀਂ ਬਾਈਲੇਟਰਲ ਇਸ਼ੂਜ਼ ਨੂੰ ਲਿਆਉਣਾ ਤੇ G20 'ਚ ਵੀ ਅਸੀਂ ਸਾਊਥ, ਜਿਹੜਾ ਗਲੋਬਲ ਸਾਊਥ ਆ, ਉਹਨੂੰ ਲਿਆ ਰਹੇ ਹਾਂ। ਇਸ ਲਈ ਮੋਦੀ ਸਾਹਿਬ ਦਾ ਆਸੀਅਨ ਤੇ ਜਾਣਾ, ਇੰਡੋਨੇਸ਼ੀਆ ਜਾਣਾ, ਉੱਥੇ 2 ਜਿਹੜੇ ਸਮਿਟ ਆ ਉਹਨਾਂ ਨਾਲ ਜਾਣਾ, ਸਾਡੀ ਪੁਰਾਣੀ ਜਿਹੜੀ ਨੀਤੀ ਹੈਗੀ ਆ ਟ੍ਰਾਈਂਗ ਟੂ ਕੀਪ ਏ ਮਿਡਲ ਵੇ, ਉਹ ਬੜਾ ਇੰਪੋਰਟੈਂਟ ਹੈ। ਨਹੀਂ ਤੇ ਇਹ ਲੱਗਣਾ ਸੀਗਾ ਕਿ ਕਿਤੇ ਮੋਦੀ ਸਾਹਿਬ ਸ਼ਾਇਦ ਝੁਕਾ ਹੋ ਰਿਹਾ ਦੁਆਰਾ ਟੁਵਾਰਡ ਯੂਰਪ, ਕਿਉਂਕਿ ਚਾਈਨਾ ਐਂਡ ਰਸ਼ੀਆ ਦੇ ਆਰ ਕਮਿੰਗ ਕਲੋਜ਼ਰ। ਸੈਕੰਡਲੀ, Russia and North Korea. North Korea is also important because China is supporting it. ਤੁਸੀਂ ਦੇਖਿਆ ਹੋਣਾ ਜਦੋਂ ਜੰਗ ਨੇ ਕਿਹਾ ਸੀਗਾ
ਟਰੰਪ ਨੂੰ ਕਿ ਇਹ ਜਿਹੜੇ ਮੇਰੇ ਵੈਪਨ ਨੇ ਟੋਏ ਨਹੀਂ ਹੈਗੇ, ਵੀ ਕੈਨ ਯੂਜ਼ them। ਸੋ ਨਾਓ ਦਿਸ ਇਜ਼ ਕ੍ਰੀਏਟਿੰਗ ਅ ਨਿਊ ਥਿੰਕਿੰਗ ਵਿਚ ਇਜ਼ ਗੋਇੰਗ ਔਨ, ਕਿਉਂਕਿ ਯੂਕਰੇਨ ਵਾਰ has created a new world which is looking much more as ਪ੍ਰੋਫੈਸਰ ਹੁਣ ਕਿਉਂ ਤੁਸੀਂ ਵੈਪਨ ਦਾ ਜ਼ਿਕਰ ਕੀਤਾ ਪ੍ਰੋਫੈਸਰ ਹੁਣ ਕੀ ਰਾਮ, ਕੋਈ ਦੇਸ਼ ਵੈਪਨ ਵੀ ਵੇਚ ਜੂਗਾ ਸਰ ਇਹਨਾਂ ਬੈਠਕਾਂ ਦੇ ਵਿੱਚ? ਦੇਖੋ ਜਿਹੜੀ ਮੇਨ ਤੇ ਸਾਡੇ ਕੋਲ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈਗਾ ਉਹ ਵੈਪਨ ਦਾ ਹੀ ਹੈਗਾ। ਜਿਹੜੀ ਸਭ ਤੋਂ ਜ਼ਿਆਦਾ ਤੁਸੀਂ ਕਹਿੰਦੇ ਨਾ ਕਿ ਜਿਹੜਾ G20 ਕੰਟਰੀਜ਼ ਨੇ ਇਹਨਾਂ ਪਾਸ 85% ਵਰਲਡ ਦੀ GDP ਆ, 75% ਦਾ ਟ੍ਰੇਡ ਹੈ, ਤੋਂ 2/3 ਵਰਲਡ ਪੋਪੂਲੇਸ਼ਨ ਹੈ। ਇਹਦੀ ਬੜੀ ਇੰਪੋਰਟੈਂਸ ਹੈ। ਠੀਕ ਹੈ, ਸਾਡੇ ਪਾਸ ਹੁਣ ਪ੍ਰਧਾਨਗੀ ਆਈ ਹੋਈ ਆ, ਗਾਂ ਬ੍ਰਾਜ਼ੀਲ ਦੀ ਹੈਗੀ ਆ, ਲੇਕਿਨ ਉਹਦੇ ਨਾਲ ਜਿਹੜੀ ਇਕੁਏਸ਼ਨ ਮਿਲਟਰੀ ਇਕੁਏਸ਼ਨ ਬਣਦੀ ਹੈ ਵਰਲਡ ਵਿੱਚ, ਉਹ ਅਸੀਂ ਆਲਮੋਸਟ when we talk about economic cooperation, economic domination, ਉਹਦੇ ਪਿੱਛੇ ਹੈਨਰੀ ਕਿਸਿੰਜਰ ਨੇ ਕਿਹਾ ਸੀ first we send food then we send the soldiers। ਇਹ ਬੜਾ ਇੰਟਰਸਟਿੰਗ ਹੈ। first we send the Bible then we send the East India Company। try to see the things how it possible। ਇਸ ਲਈ ਇਹ ਜਿਹੜੇ ਇਸ਼ੂਜ਼ ਨੇ ਇਹ ਕੱਲੇ ਦੇ ਕੱਲੇ ਇਕਨੋਮਿਕ ਨਹੀਂ, ਐਸਲੇ ਬੜੇ ਡਾਕਟਰ ਰੌਣਕੀ ਮੈਂ ਸਵਾਲ ਇਸ ਕਰਕੇ ਕਰ ਰਿਹਾ ਸੀ, ਆਸੀਅਨ ਕੰਟਰੀਜ਼ ਨੂੰ ਅਸੀਂ ਤਾਂ ਨਹੀਂ ਹਥਿਆਰ ਵੇਚਣ ਦੀ ਤਿਆਰੀ 'ਚ ਸਰ? ਦੇਖੋ ਉਹ ਸਾਡੀ ਜਿਹੜੀ ਅਸਲੀ ਪੋਜੀਸ਼ਨ ਹੈ ਉਹਦੇ ਵਿੱਚ we are not trying to compete with the world at this stage, nor be in the position to sell those weapons। ਅਸੀਂ ਤਾਂ ਖੁਦ ਕੁਝ ਰਿਪੋਰਟਾਂ ਛਪੀਆਂ ਹੋਈਆਂ ਡਾਕਟਰ ਰੌਣਕੀ, ਮੈਂ ਤਾਂ ਸਵਾਲ ਕਰ ਰਿਹਾ ਸਰ, ਇਹਨਾਂ ਰਿਪੋਰਟਾਂ ਵਿੱਚ ਦਮ ਹੈਗਾ ਕਿ ਨਹੀਂ ਹੈਗਾ? ਨਹੀਂ ਦੇਖੋ, ਅਸੀਂ ਤਾਂ ਉਹਨਾਂ ਨੂੰ ਇਹੋ ਹੀ ਕਹਿਣ ਗਏ ਆ ਆਸੀਅਨ ਨੂੰ ਦੱਸਣ ਵਾਸਤੇ, ਨੰਬਰ 1 we are here for more re-globalized world, ਜਿਹੜੀ ਕਿ ਸਾਡੇ ਫੋਰਨ ਮਿਨਿਸਟਰ ਸਾਹਿਬ ਜੈ ਸ਼ੇਖਰ ਨੇ ਗੱਲ ਕੀਤੀ ਆ। ਉਹਦਾ ਮਤਲਬ ਕੀ ਆ ਕਿ ਅਸੀਂ ਇਕੱਲਾ ਕੰਜ਼ਿਊਮਰ ਓਰੀਐਂਟਡ, ਅਸੀਂ ਚੀਜ਼ਾਂ ਵੇਚਣੀਆਂ ਨਹੀਂ, ਅਸੀਂ ਤਾਂ ਪ੍ਰੋਡਕਸ਼ਨ ਦੀ ਗੱਲ ਕਰ ਰਹੇ ਹਾਂ ਕਿ ਲੈਟ ਇਨ ਥੀਸ ਕੰਟਰੀ ਦੇयर ਬੀ ਮਲਟੀ। ਮੈਂ ਤੁਹਾਡੇ ਪੁਆਇੰਟ ਤੇ ਵਾਪਸ ਆ ਰਿਹਾ ਡਾਕਟਰ ਰੌਣਕੀ ਰਾਮ, ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਇਹ ਬੜੇ ਕੰਪਲੀਕੇਸ਼ਨ ਵਾਲੇ ਇਸ਼ੂਸ ਹੈ ਤੇ ਬਹੁਤ ਹੀ ਇਹਨਾਂ ਨੂੰ ਬਰੀਕੀ ਨਾਲ ਸਮਝਣ ਦੀ ਜ਼ਰੂਰਤ ਹੈਗੀ ਹੈ। ਇੱਕ ਇਹੋ ਜਿਹੀ ਨੀਤੀ ਹੈ ਜਿਨ ਤੇ ਸਿੱਧਾ ਕੁਝ ਸਾਹਮਣੇ ਨਹੀਂ ਆਉਂਦਾ ਗਾ, ਪਰ ਜਿਹੜੇ ਇਸ਼ਾਰੇ ਮਿਲਦੇ ਆ, ਇਸ਼ਾਰਿਆਂ ਤੋਂ ਸਾਨੂੰ ਏਜੰਡਾ ਸਮਝ ਆਉਂਦਾ ਤੇ ਉਸੇ ਏਜੰਡੇ ਦੀ ਅਸੀਂ ਗੱਲ ਕਰ ਰਹੇ ਹਾਂ। ਵਾਪਸ ਆ ਰਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਖਾਲਿਦ, ਡਾਕਟਰ ਰੌਣਕੀ ਰਾਮ ਵਾਰ-ਵਾਰ ਫੋਰਨ ਮਿਨਿਸਟਰ ਦੀ ਇੱਕ ਸਟੇਟਮੈਂਟ ਦਾ ਜ਼ਿਕਰ ਕਰਦੇ ਪਏ ਆ, ਰੀਗਲੋਬਲਾਈਜੇਸ਼ਨ ਦਾ ਜ਼ਿਕਰ ਕਰਦੇ ਪਏ ਹੋ ਡਾਕਟਰ ਰੌਣਕੀ ਰਾਮ। ਡਾਕਟਰ ਖਾਲਿਦ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ ਜੋ ਡਾਕਟਰ ਰੌਣਕੀ ਰਾਮ ਵਾਰ-ਵਾਰ ਕੋਟ ਕਰਦੇ ਪਏ ਹੋ ਸਟੇਟਮੈਂਟ ਨੂੰ? ਮੈਂ ਜਿਹੜੀ ਫੋਰਨ ਮਿਨਿਸਟਰ ਜੈ ਸ਼ੰਕਰ ਨੇ ਗੱਲ ਕੀਤੀ ਹੈ ਰੀਗਲੋਬਲਾਈਜੇਸ਼ਨ, ਮੈਂ ਉਹਦੇ ਨਾਲ ਐਗਰੀ ਨਹੀਂ ਕਰਦਾ। ਵਜ੍ਹਾ ਉਹਦੀ ਮੇਨ ਵਜ੍ਹਾ ਇਹ ਹੈਗੀ ਹੈ, ਉਹਦੀ ਮੇਨ ਵਜ੍ਹਾ ਹੈਗੀ ਹੈ ਕਿ ਗਲੋਬਲਾਈਜੇਸ਼ਨ ਦਾ ਇੱਕ ਪ੍ਰੋਸੈਸ ਹੈ ਜਿਹੜਾ ਕਿ ਹਜੇ ਤੱਕ ਕੰਪਲੀਟ ਨਹੀਂ ਹੋਇਆ ਪੂਰਾ। ਇੱਕ ਦੁਨੀਆ ਦਾ ਇੱਕ ਅੱਛਾ ਖਾਸਾ ਹਿੱਸਾ ਗਲੋਬਲਾਈਜ਼ਡ ਵਰਲਡ ਤੋਂ ਬਾਹਰ ਬੈਠਾ ਹੈ। ਰੀਗਲੋਬਲਾਈਜੇਸ਼ਨ ਤਾਂ ਹੁੰਦੀ ਹੈ ਜਦ ਗਲੋਬਲਾਈਜੇਸ਼ਨ ਪਹਿਲਾਂ ਪੂਰੀ ਹੋ ਗਈ, ਉਹਨੂੰ ਦੁਬਾਰਾ ਰੀਵਿਜ਼ਿਟ ਕਰਨਾ। ਇਸ ਕਰਕੇ ਮੈਂ ਉਹਦੇ ਨਾਲ ਕੋਈ ਜ਼ਿਆਦਾ ਸਹਿਮਤ ਨਹੀਂ ਹਾਂ। ਠੀਕ ਹੈ, ਇੱਕ ਸ਼ਬਦ ਹੈ ਜਿਹੜਾ ਕਿ ਸਾਡਾ ਫੋਰਨ ਮਿਨਿਸਟਰ ਕਹਿ ਰਿਹਾ ਹੈ। ਮੈਂ ਜਿਹੜੀ ਗੱਲ ਇਹ ਕਹਿ ਰਿਹਾ ਕਿ ਇੰਡੀਆ ਦੀ ਜਿਹੜੀ ਡਿਪਲੋਮੇਸੀ ਹੈ ਇਸ ਵੇਲੇ ਉਹ ਬੜੀ ਟਾਈਟ ਰੋਪ ਤੇ ਉੱਪਰ ਚੱਲ ਰਹੀ ਹੈ, ਰਸੇ ਹੋਏ ਮਤਲਬ ਕਸੇ ਹੋਏ ਰੱਸੇ ਦੇ ਉੱਪਰ ਚੱਲ ਰਹੀ ਹੈ, ਇਹ ਸਮਝਿਆ ਜਾਵੇ। ਇੱਕ ਪਾਸੇ ਇੰਡੀਆ ਬ੍ਰਿਕਸ ਦਾ ਪਾਰਟ ਹੈ, ਬ੍ਰਿਕਸ ਦੇ ਵਿੱਚ ਰਸ਼ੀਆ ਵੀ ਹੈ ਔਰ ਚਾਈਨਾ ਵੀ ਹੈ, ਔਰ ਬ੍ਰਿਕਸ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੇ ਨਾਲ ਪ੍ਰੋ ਚਾਈਨਾ ਤੇ ਰਸ਼ੀਆ ਹੈ। ਦੂਸਰੇ ਪਾਸੇ ਇੰਡੀਆ ਕੁਆਡ ਦਾ ਪਾਰਟ ਹੈ ਜਿਹੜਾ ਕਿ ਚਾਈਨਾ ਨੂੰ ਚੈੱਕ ਕਰਨ ਵਾਸਤੇ ਇੱਕ ਤਰ੍ਹਾਂ ਬਣਾਇਆ ਗਿਆ ਹੈ, ਜਿਹਨੂੰ ਬਾਰ-ਬਾਰ ਇੰਡੀਆ ਇਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਨਹੀਂ ਇਹ ਤੁਹਾਡੇ ਖਿਲਾਫ ਨਹੀਂ ਹੈ, ਚਾਈਨਾ ਦੇ ਖਿਲਾਫ ਨਹੀਂ ਹੈ। ਇਸੇ ਤਰੀਕੇ ਦੇ ਨਾਲ ਇੱਕ ਪਾਸੇ ਅਮਰੀਕਾ ਜਿਹੜਾ ਹੈਗਾ ਉਹ ਈਰਾਨ ਦੇ ਖਿਲਾਫ ਹੈ ਔਰ ਅਸੀਂ ਈਰਾਨ ਦੇ ਨੇੜਤਾ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਵੀ ਇੱਕ ਟਾਈਟ ਰੋਪ ਵਾਕ ਹੈ। ਇਸ ਕਰਕੇ ਜਿਹੜੀ ਫੋਰਨ ਪਾਲਿਸੀ ਹੁੰਦੀ ਹੈ ਜਾਂ ਉਹਦੇ ਵਿੱਚ ਜਿਹੜੀ ਡਿਪਲੋਮੇਸੀ ਹੁੰਦੀ ਹੈ, ਡਿਪਲੋਮੇਸੀ ਦੇ ਵਿੱਚ ਤੁਹਾਨੂੰ ਆਪਣੇ ਨੈਸ਼ਨਲ ਇੰਟਰਸਟ ਨੂੰ, ਰਾਸ਼ਟਰੀ ਹਿੱਤ ਨੂੰ ਸਾਹਮਣੇ ਰੱਖ ਕੇ ਇਹ ਦੇਖਣਾ ਪੈਂਦਾ ਹੈ ਕਿ ਕਿਸ ਸਿਚੁਏਸ਼ਨ ਦੇ ਵਿੱਚ ਕਿਹੜੀ ਚੀਜ਼ ਸਾਡੇ ਜ਼ਿਆਦਾ ਕੰਮ ਆ ਸਕਦੀ ਹੈ। ਇਸ ਵੇਲੇ ਆਪਾਂ ਅਗਰ ਆਸੀਆਨ ਦੀ ਗੱਲ ਕਰੀਏ ਜਾਂ ਈਸਟ ਏਸ਼ੀਆ ਸਮਿਟ ਦੀ ਗੱਲ ਕਰੀਏ, ਉਹ ਸਾਡੀ ਇਕਨੋਮੀ ਵਾਸਤੇ ਬਹੁਤ ਇੰਪੋਰਟੈਂਟ ਹੈ। ਉਹਦੇ ਪਰ ਅਸੀਂ ਪਿਛਲੇ ਕਈ ਦਹਾਕਿਆਂ ਤੋਂ ਜ਼ੋਰ ਪਾ ਰਹੇ ਹਾਂ ਔਰ ਸਾਡਾ ਜਿਹੜਾ ਹੈਗਾ ਟ੍ਰੇਡ ਆਸੀਆਨ ਕੰਟਰੀਜ਼ ਦੇ ਨਾਲ ਮਤਲਬ ਇੰਨਾ ਮਲਟੀਪਲਾਈ ਹੋ ਚੁੱਕਿਆ ਜਿਹਦਾ ਕੋਈ ਹਿਸਾਬ।
दूसरे पासे ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਵੱਡੀਆਂ ਇਕਨੋਮੀਜ਼ ਹੈ, ਕਿਉਂਕਿ ਅਸੀਂ ਚੌਥੀ ਜਾਂ ਪੰਜਵੀਂ ਲਾਰਜੈਸਟ ਇਕਨੋਮੀ ਬਣ ਚੁੱਕੇ ਹਾਂ, ਜਿਹੜੀਆਂ ਵੱਡੀਆਂ ਇਕਨੋਮੀਜ਼ ਹੈ ਅਸੀਂ ਉਹਦਾ ਵੀ ਪਾਰਟ ਬਣ ਕੇ ਰਹੀਏ, ਕਿਉਂਕਿ ਉੱਥੇ ਸਾਡਾ ਟ੍ਰੇਡ ਜਿਹੜਾ ਹੈਗਾ ਉਹ ਜ਼ਿਆਦਾ ਪ੍ਰਫੁੱਲਤ ਹੋ ਸਕਦਾ ਹੈ। ਇਹ ਰਿਪੋਰਟਾਂ ਇਹ ਕਹਿ ਰਹੀਆਂ ਕਿ ਸਾਡੀ ਜਿਹੜੀ ਇਕਨੋਮੀ ਹੈ ਹਜੇ ਵੀ ਚਾਈਨਾ ਦੀ ਇਕਨੋਮੀ ਤੋਂ ਤਕਰੀਬਨ 16.5 ਸਾਲ ਪਿੱਛੇ ਹੈ, which means ਕਿ ਸਾਨੂੰ ਚਾਈਨਾ ਦੀ ਇਕਨੋਮੀ ਜਦ ਤੱਕ ਅਸੀਂ ਉੱਥੇ ਪਹੁੰਚਾਂਗੇ, ਹਜੇ ਤਾਂ 5 ਟ੍ਰਿਲੀਅਨ ਇਕਨੋਮੀ ਦੀ ਗੱਲ ਕਰ ਰਹੇ ਹਾਂ, ਉਹ ਪਤਾ ਨਹੀਂ ਕਦੋਂ ਹੋਣੀ ਹੈ। ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਸਾਨੂੰ ਆਪਣੇ ਟ੍ਰੇਡ, ਆਪਣੀ ਡਿਪਲੋਮੇਸੀ, ਆਪਣੀ ਫੋਰਨ ਪਾਲਿਸੀ ਉਹਨੂੰ ਦੁਬਾਰਾ ਤੇ ਰੀਮੋਡਲਿੰਗ ਕਰਦੇ ਰਹਿਣਾ ਪਊਗਾ ਅਸੀਂ, ਤਾਂ ਕਿ ਆਪਣੇ ਨੈਸ਼ਨਲ ਇੰਟਰਸਟ ਨੂੰ ਪੂਰੀ ਤਰ੍ਹਾਂ। ਡਾਕਟਰ ਖਾਲੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਤੁਸੀਂ ਉਹ ਜ਼ਿਕਰ ਕਰ ਰਹੇ ਹੋ ਕਿ ਜਿਹੜਾ ਸਾਡਾ ਟ੍ਰੇਡ ਹੈ ਸਾਊਥ ਚਾਈਨਾ ਸੀ, ਉਹ ਉਹਦੇ ਕਰਕੇ ਸਾਨੂੰ ਇਹ ਸਭ ਕੁਝ ਕਰਨਾ ਪੈ ਰਿਹਾ ਆਸੀਅਨ ਕੰਟਰੀਜ਼ ਨਾਲ। देखो साउथ चाइना सी एक डिफरेंट इशू है, साउथ चाइना सी दे अपनी प्रॉब्लम्स हैगियां। ਅਸੀਂ ਜਿਹੜਾ ਏਸ਼ੀਆ ਪੈਸੀਫਿਕ ਇਕਨੋਮਿਕ ਕੋਰੀਡੋਰ ਜਿਹੜਾ ਕ੍ਰੀਏਟ ਕਰ ਰਹੇ ਹਾਂ, ਜਿਹਦੇ ਵਿੱਚ ਪੈਸੀਫਿਕ ਦੇ ਜਿੰਨੇ ਕੰਟਰੀਜ਼ ਹੈ, ਜਿਵੇਂ ਕਿ ਸਾਊਥ ਕੋਰੀਆ ਹੈਗਾ, ਜਾਪਾਨ ਹੈਗਾ, ਈਵਨ ਅਮਰੀਕਾ ਜਿਹੜਾ ਹੈਗਾ, ਔਰ ਦੂਸਰੇ ਜਿਹੜੇ ਕੰਟਰੀਜ਼ ਹੈ ਮੇਜਰ ਇਕਨੋਮੀਜ਼ ਹੈ, ਉਹਨਾਂ ਨੂੰ ਆਪਣੇ ਨਾਲ ਲਿੰਕ ਕਰਕੇ ਇੱਧਰ ਵੀ ਟ੍ਰੇਡ ਵਧਾਉਣਾ ਚਾਹੁੰਦੇ ਆ। ਔਰ ਉਹਦੇ ਵਿੱਚ ਵੱਡਾ ਰੋਲ ਜਿਹੜਾ ਹੈਗਾ ਉਹ ਆਸੀਅਨ ਕੰਟਰੀਜ਼ ਦਾ ਹੈਗਾ, ਜਿਹੜਾ ਕਿ ਮਿਡਲ ਦੇ ਵਿੱਚ ਬੈਠੇ ਹੈ। ਦੂਸਰੇ ਪਾਸੇ ਅਸੀਂ ਅਫਰੀਕਾ ਦੇ ਕੰਟਰੀਜ਼ ਨਾਲ ਵੀ ਟ੍ਰੇਡ ਵਧਾ ਰਹੇ ਹਾਂ, ਉੱਥੇ ਵੀ ਮਲਟੀਪਲਾਈ ਅਸੀਂ ਆਪਣਾ ਟ੍ਰੇਡ ਕਰ ਰਹੇ ਹਾਂ, ਉੱਥੇ ਸਾਨੂੰ ਚਾਈਨਾ ਦੇ ਨਾਲ ਖਹਿਣਾ ਪੈ ਰਿਹਾ। ਇਹ ਸਾਰੀਆਂ ਚੀਜ਼ਾਂ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਚੱਲਦੀਆਂ ਰਹਿੰਦੀਆਂ ਔਰ ਚੱਲਦੀਆਂ ਰਹਿਣਗੀਆਂ, ਕਿਉਂਕਿ ਤੁਸੀਂ ਇੱਕੋ ਟਾਈਮ ਤੇ ਡਿਫਰੈਂਟ ਆਰਗੇਨਾਈਜੇਸ਼ਨ ਦਾ ਅੰਗ ਬਣ ਕੇ ਆਪਣੀ ਫੋਰਨ ਪਾਲਿਸੀ ਨੂੰ ਅੱਗੇ ਵਧਾ ਕੇ ਆਪਣੇ ਨੈਸ਼ਨਲ ਇੰਟਰਸਟ ਨੂੰ ਪ੍ਰੋਟੈਕਟ ਕਰਦੇ। ਚਲੋ ਠੀਕ ਹੈ ਡਾਕਟਰ ਰੌਣਕੀ ਰਾਮ, ਜਿਹੜੀ ਸਾਡੀ ਹੁਣ ਦੀ ਫੋਰਨ ਪਾਲਿਸੀ ਹੈ, ਤੁਸੀਂ ਵਾਰ-ਵਾਰ ਰੀਗਲੋਬਲਾਈਜੇਸ਼ਨ ਦਾ ਜ਼ਿਕਰ ਕੀਤਾ ਸੀਗਾ ਡਾਕਟਰ ਖਾਲਿਦ, ਹਾਲਾਂਕਿ ਉਹਦੇ ਨਾਲ ਬੜਾ ਇਤਫਾਕ ਨਹੀਂ ਰੱਖਦੇ ਗਏ। ਡਾਕਟਰ ਰੌਣਕੀ ਰਾਮ, ਜਿਹੜੀ ਹੁਣ ਸਾਡੀ ਫੋਰਨ ਪਾਲਿਸੀ ਹੈ, ਕਿ ਉਹਦੇ ਵਿੱਚ ਟ੍ਰੇਡ ਸਾਡੇ ਲਈ ਬਹੁਤ ਇੰਪੋਰਟੈਂਟ ਹੋ ਗਿਆ ਤੇ ਉਸ ਪਾਰਟ ਦੇ ਜ਼ਰੀਏ ਅਸੀਂ ਦੇਸ਼ ਨੂੰ ਅੱਗੇ ਲਿਜਾ ਰਹੇ ਹਾਂ ਤੇ ਦੇਸ਼ ਦੀ ਆਵਾਮ ਨੂੰ ਵੀ ਅੱਗੇ ਲਿਜਾ ਰਹੇ ਡਾਕਟਰ ਰੌਣਕੀ ਰਾਮ, ਜਾਂ ਨਹੀਂ? ਬਿਲਕੁਲ, ਉਹਦੇ 'ਚ ਇੱਕ ਤਾਂ ਇਹ ਹੈ ਕਿ ਜਿਹੜੀ ਗਲੋਬਲਾਈਜੇਸ਼ਨ ਹੈ, ਉਹ ਖਾਲਿਦ ਸਾਹਿਬ ਜੋ ਕਹਿ ਰਹੇ ਨੇ ਉਹ ਠੀਕ ਹੈ ਕਿ ਹਜੇ ਉਹ ਪੂਰਾ ਪ੍ਰੋਸੈਸ ਪੂਰਾ ਨਹੀਂ ਹੋਇਆ, ਕਿਉਂਕਿ ਗਲੋਬਲਾਈਜੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਅਗਰ ਦੇਖਿਆ ਜਾਵੇ, ਕੁਝ ਸਕਾਲਰ ਦਾ ਇਹ ਕਹਿਣਾ ਹੈ ਕਿ ਗਲੋਬਲਾਈਜੇਸ਼ਨ ਇਜ਼ ਐਨ ਅਦਰ ਨੇਮ ਆਫ ਡੋਮੀਨੇਸ਼ਨ ਆਫ ਦਾ ਬੈਸਟ। ਪਹਿਲਾਂ ਇੰਪੀਰੀਅਲਿਜ਼ਮ ਸੀਗਾ, ਹੁਣ ਤੁਸੀਂ ਗਲੋਬਲਾਈਜੇਸ਼ਨ ਕਰਦੇ, ਕਿਉਂਕਿ ਤੁਹਾਡੀ ਤਾਂ ਕੋਈ ਚੀਜ਼ ਗਲੋਬਲਾਈਜ਼ ਨਹੀਂ ਹੋਈ, ਕਿਉਂਕਿ ਮਾਰਕੀਟ ਦੇ ਵਿੱਚ ਕੈਪੀਟਲ ਦਾ ਫਲੋ ਹੈ, ਲੇਬਰ ਦਾ ਫਲੋ ਨਹੀਂ ਹੈਗਾ। ਤੁਸੀਂ ਬਾਹਰ ਜਾਂਦੇ ਹੋ, ਤੁਹਾਨੂੰ ਕਿੰਨੀਆਂ ਦਿੱਕਤਾਂ ਸਹਿਣੀਆਂ ਪੈਂਦੀਆਂ ਨੇ। ਜੇ ਤੁਸੀਂ ਇਨਵੈਸਟਮੈਂਟ ਕਰਨੀ ਆ, ਤੁਸੀਂ $10 ਮਿਲੀਅਨ ਜਿੱਥੇ ਲਾ ਕੇ ਮਰਜ਼ੀ ਚਲ ਜਾਓ। ਜੇ ਤੁਸੀਂ ਵੈਸੇ ਜਾਣਾ ਤੇ ਇਟਸ ਵਨ ਸਾਈਡਡ। ਹੁਣ ਉਹ ਕਹਿ ਰਿਹਾ ਹੋ ਕਿ ਅਸੀਂ ਇਹਦੇ 'ਚ ਡੈਮੋਕ੍ਰੇਟਾਈਜੇਸ਼ਨ ਲਿਆਉਣੀ ਆ, ਅਸੀਂ ਇਹਦੇ 'ਚ ਟਰਾਂਸਪੇਰੈਂਸੀ ਲਿਆਉਣੀ ਆ, ਇਹਦੇ 'ਚ ਟ੍ਰੇਡ ਬੇਸ ਕਰਨੀ ਹੈਗੀ, ਜਿਹਨੂੰ ਕਿ ਅਸੀਂ ਮੇਡ ਇਨ ਟ੍ਰੇਡ ਆਪਣੇ ਕੰਟਰੀ 'ਚ ਕਹਿੰਦੇ ਹਾਂ। ਲੇਕਿਨ ਉਹਦੇ ਨਾਲ ਚੀਜ਼ਾਂ ਦੋ ਹੋਰ ਨੇ। ਉਹ ਹੈ ਕਿ ਜਿਹੜਾ ਗਲੋਬਲ ਟੈਕਸ ਰਜੀਮ ਹੈ ਉਹਨੂੰ ਵੀ ਰਿਫਾਰਮ ਕਰਨਾ। ਸੈਕੰਡਲੀ, ਜਿਹੜੀਆਂ ਮਲਟੀਲੇਟਰਲ ਬੈਂਕ ਹੈਗੀਆਂ, ਡਿਵੈਲਪਮੈਂਟ ਮਲਟੀਲੇਟਰਲ ਬੈਂਕ, ਉਹਨਾਂ ਨੂੰ ਇੰਪਰੂਵ ਕਰਨਾ। ਇਹ ਬੜਾ ਜ਼ਰੂਰੀ ਆ। ਤੁਹਾਨੂੰ ਪਤਾ ਹੋਣਾ ਕਿ ਜਦੋਂ ਸਾਡੇ ਕੋਲ ਬਲੂ ਸਬਸਿਡੀਜ਼, ਯੈਲੋ ਸਬਸਿਡੀਜ਼ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਡੀਲਿੰਗ ਹੁੰਦੀਆਂ ਨੇ, ਉਹਦੇ 'ਚ ਸਾਡੇ ਵਰਗੇ ਕੰਟਰੀਆਂ ਨੂੰ ਬਹੁਤੀ ਸਾਡੀ ਆਵਾਜ਼ ਨਹੀਂ ਹੁੰਦੀ, ਕਿਉਂਕਿ ਉਹਦੇ 'ਚ ਇੰਟਰਨੈਸ਼ਨਲ ਮੋਨੀਟਰੀ ਫੰਡ ਵਿੱਚ, ਵਰਲਡ ਬੈਂਕ ਵਿੱਚ ਬੇਸ਼ੱਕ ਉਹਨੂੰ ਇੰਨੇ ਇੰਪੋਰਟੈਂਟ ਇੰਸਟੀਟਿਊਸ਼ਨ ਨਹੀਂ ਰਹੇ, ਉਹਦੇ ਜਦੋਂ ਫੈਸਲਾ ਕੀਤਾ ਜਾਂਦਾ ਕਿਸ ਕੰਟਰੀ ਨੂੰ ਕਿੰਨਾ ਲੋਨ ਮਿਲਣਾ, ਉਹਨੂੰ ਕਿੰਨੇ % ਤੇ ਲੋਨ ਦੇਣਾ, ਇਹ ਸਭ ਕੁਝ ਉਹ ਕੰਟਰੀ ਜਿਹੜੇ ਡਿਵੈਲਪਡ ਵਰਲਡ ਹੈ, ਜਿਹੜਾ ਦਾ ਇਸ ਗਲੋਬਲਾਈਜੇਸ਼ਨ ਦੇ ਉੱਤੇ ਪੂਰਾ ਗਲਬਾ ਹੈ, ਉਹ ਡਿਸਾਈਡ ਕਰਦੇ ਨੇ। ਹੁਣ ਇਹ ਹੋ ਰਿਹਾ ਕਿ ਅਸੀਂ G20 ਰਾਹੀਂ, ਕੁਆਡਲੇਟਰਲ ਜਿਹੜੀ ਸਾਡੀ ਸਿਕਿਉਰਿਟੀ ਪੈਕਟ ਹੈ ਉਹਦੇ ਰਾਹੀਂ, ਅਸੀਂ ਆਸੀਅਨ ਦੇ ਨਾਲ ਮਿਲ ਕੇ ਜਿਹਨੂੰ ਅਸੀਂ ਕਹਿੰਦੇ ਗਲੋਬਲ ਸਾਊਥ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਸੇ ਤਰੀਕੇ ਨਾਲ ਡਿਵੈਲਪ ਜਿਹੜਾ ਵਰਲਡ ਹੈ ਤੇ ਡਿਵੈਲਪਿੰਗ ਵਰਲਡ ਹੈ, ਜਿਹੜੀ ਉਹਨਾਂ ਦੀ ਗਲੋਬਲਾਈਜੇਸ਼ਨ ਜਿੱਦਾਂ ਤੁਰੀ ਹੋਈ ਆ, ਉਹ ਗਲੋਬਲਾਈਜੇਸ਼ਨ ਅਸਲੀ ਰਾਹ ਤੇ ਨਹੀਂ ਆ ਰਹੀ। ਉਹ ਗਲੋਬਲਾਈਜੇਸ਼ਨ ਦੇ ਆੜ ਥੱਲੇ ਲਿਆ ਕੇ ਹੋਰ ਤੁਹਾਨੂੰ, ਕਿਉਂਕਿ ਬੇਸ਼ੱਕ ਅਸੀਂ ਵਰਲਡ ਦੀ ਇਕਨੋਮੀ ਬਣ ਜਾ ਰਹੇ ਹਾਂ, ਸਾਡੀ ਸ਼ਕਤੀ ਆ, ਲੇਕਿਨ ਜਦ ਤੱਕ ਜਿਹੜੇ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੇ, ਮੋਨੀਟਰੀ ਇੰਸਟੀਟਿਊਸ਼ਨ ਨੇ, ਤੁਸੀਂ ਉਹਨਾਂ 'ਚ ਆਪਣੀ ਭਾਗੀਦਾਰੀ ਨਹੀਂ ਲਿਆਉਂਦੇ ਤਾਂ ਤੁਸੀਂ ਆਸ ਨਹੀਂ ਰੱਖ ਸਕਦੇ ਕਿ ਤੁਹਾਨੂੰ ਕੋਈ ਐਡਵਾਂਟੇਜ ਹੋਵੇਗਾ। ਕਿਉਂਕਿ ਸਾਡੇ ਕਿਸਾਨਾਂ ਨੂੰ ਕਹਿੰਦੇ ਆ ਤੁਸੀਂ ਸਾਰੀਆਂ ਸਬਸਿਡੀਜ਼ ਖਤਮ ਕਰ ਦਿਓ, ਤੁਹਾਨੂੰ ਅਸੀਂ ਤਦ ਲੋਨ ਦੇਵਾਂਗੇ, ਜਦੋਂ ਕਿ ਅਮਰੀਕਾ 'ਚ ਬਾਰ-ਬਾਰ ਕਿਸਾਨਾਂ ਨੂੰ ਇੰਨੀਆਂ ਸਬਸਿਡੀਜ਼
ਡਿਫਰੈਂਟ ਨਾਮ ਤੋਂ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਸਾਡੀ ਤਾਂ ਕੰਡੀਸ਼ਨ ਲੱਗਦੀ ਆ ਤਾਂ ਕਿ ਅਸੀਂ ਉਹਨਾਂ ਦੀ ਮੰਡੀ ਬਣ ਜਾਈਏ, ਜੋ ਚੀਜ਼ਾਂ ਉੱਥੇ ਪ੍ਰੋਡਿਊਸ ਹੁੰਦੀਆਂ ਅਸੀਂ ਖਰੀਦ ਪਾਈਏ। ਸਾਨੂੰ ਬਾਰ-ਬਾਰ ਕਹਿੰਦੇ ਆ ਤੁਸੀਂ ਕਣਕ ਨਾ ਉਗਾਓ, ਤੁਸੀਂ ਚੀਜ਼ਾਂ ਦਾਲਾਂ ਉਗਾਓ। ਬਹੁਤ ਵੱਡੇ ਇਕਨੋਮਿਸਟ ਸੋਰਸ ਨੇ ਬੋਲਿਆ ਸੀ, she came to Chandigarh also in RDC ਵਿੱਚ ਆ ਕੇ ਉਹਨੇ ਲੈਕਚਰ ਦਿੱਤਾ ਸੀ। ਉਹ ਕਹਿੰਦੇ ਸੀਗੇ ਨੋ, ਇੰਡੀਆ ਦੀ ਵੀਟ ਜਿਹੜੀ ਹੈਗੀ ਆ ਸਾਡੀ ਉਹ ਮੇਨ ਠੀਕ ਹੈ, ਅਸੀਂ ਦਾਲਾਂ ਉਗਾਉਣੀਆਂ ਨੇ ਕਿਸੇ ਹੋਰ ਵਾਸਤੇ। ਇਸ ਕਰਕੇ ਇਹ ਜਿਹੜਾ ਸਾਰਾ ਗਲੋਬਲਾਈਜੇਸ਼ਨ ਦਾ ਸਿਸਟਮ ਹੈ ਉਹ ਕਿਵੇਂ ਚੱਲ ਰਿਹਾ, ਉਹ ਕਿਵੇਂ ਹਜੇ ਪੂਰਾ ਨਹੀਂ ਹੋਇਆ। ਚਲੋ ਮੈਨੂੰ ਇੱਕ ਚੀਜ਼ ਦੱਸ ਦਿਓ ਰੌਣਕੀ ਰਾਮ ਜੀ, ਮੋਟੀ ਇੱਕ ਚੀਜ਼ ਦੱਸ ਦਿਓ ਸਰ, ਮੋਟੇ ਅਨਾਜ ਦੀ ਵੀ ਗੱਲ ਹੋਣੀ ਹੈ। ਡਾਕਟਰ ਰੌਣਕੀ ਰਾਮ, ਭਾਰਤ ਦਾ ਸੱਭਿਆਚਾਰ, ਭਾਰਤ ਦੀ ਵਿਕਾਸ ਦੀ ਰਫ਼ਤਾਰ ਜੋ ਅਸੀਂ ਸਰ ਦਾਅਵੇ ਕਰਦੇ ਹਾਂ ਉਹ ਦੁਨੀਆ ਤੇ ਛਾਪ ਛੱਡੀ ਜਾਊਗੀ ਇਹਨਾਂ ਸਮੇਲਨਾਂ ਜ਼ਰੀਏ, ਇਹਨਾਂ ਸਮਿਟ ਜ਼ਰੀਏ ਜਾਂ ਨਹੀਂ ਸਰ? ਇਹਦੇ 'ਚ ਇਹ ਬਹੁਤ ਅੱਛੀ ਓਪਰਚੁਨਿਟੀ ਹੈਗੀ ਆ, ਇੱਕ ਆਪਣੀ ਉਸ ਤਰ੍ਹਾਂ ਦੀ ਨੀਤੀ ਨੂੰ ਜਿਹੜਾ ਕਿ ਇੰਡੀਆ ਨੇ ਹੁਣ ਤੱਕ ਬਰਕਰਾਰ ਰੱਖੀ ਆ, ਬੰਦੂਕ ਕਾਨਫਰੰਸ ਤੋਂ ਲੈ ਕੇ ਹੁਣ ਤੱਕ, ਨੌਨ ਅਲਾਈਨਮੈਂਟ ਤੱਕ ਹੁਣ ਤੱਕ। ਬੇਸ਼ੱਕ ਬਾਕੀ ਕੰਟਰੀਜ਼ ਨੇ ਬੜਾ ਕ੍ਰਿਟਿਸਾਈਜ਼ ਕੀਤਾ ਕਿ ਕਦੀ ਸਾਡੀ ਉਹ ਮਿਡਲ ਵੇ ਨਹੀਂ ਰਿਹਾ, ਅਸੀਂ ਡਿਪਲੋਮੈਟਿਕਲੀ ਜੁੜਦੇ ਰਹੇ ਆ, ਪਰ ਫਿਰ ਵੀ ਇੱਕ ਇੰਡੀਆ ਦੀ ਇੱਕ ਆਪਣੀ ਫੋਰਨ ਪਾਲਿਸੀ ਵਿੱਚ ਇੱਕ ਸਾਡਾ ਇੱਕ ਬੜਾ ਵਧੀਆ ਨਾਮ ਹੈ। ਔਰ ਜਿਹੜੀ ਇਹ ਇਸ ਵਕਤ ਆਸੀਅਨ 'ਚ ਜਾ ਕੇ ਔਰ ਨਾਲ ਈਸਟ ਏਸ਼ੀਆ ਦੀ ਜਿਹੜੀ ਸਾਡੀ ਉੱਥੇ ਸ਼ਮੂਲੀਅਤ ਹੋਈ ਆ ਔਰ G20 ਦੀ ਹੋਈ ਆ, ਯੂ ਕੈਨ ਵੈਲ ਇਮੈਜਿਨ ਇੰਡੀਆ ਇਜ਼ ਇਮਰਜਿੰਗ ਐਜ਼ ਏ, ਬੇਸ਼ੱਕ ਡੋਮੈਸਟਿਕ ਲੈਵਲ ਤੇ ਸਾਡੇ ਕੁਝ ਪ੍ਰੋਬਲਮ ਨੇ, ਇਸ਼ੂ ਨੇ, ਬਟ ਐਜ਼ ਪਰ ਐਜ਼ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਫੋਰਨ ਪਾਲਿਸੀ ਹੈ, ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਜਾਂਦੀਆਂ ਨੇ, ਫੋਰਨ ਪਾਲਿਸੀ ਤੁਹਾਡੇ ਨੈਸ਼ਨਲ ਇੰਟਰਸਟ ਨੂੰ ਰਿਪਰੈਜ਼ੈਂਟ ਕਰਦੀ ਹੁੰਦੀ ਆ, ਇਸ ਕਰਕੇ ਉਹਦੇ 'ਚ ਬਹੁਤੀ ਚੇਂਜ ਨਹੀਂ ਹੁੰਦੀ। ਦੈਟਸ ਗੁੱਡ। ਠੀਕ ਹੈ। ਮੈਂ ਲਾਸਟ ਸਵਾਲ ਡਾਕਟਰ ਖਾਲਿਦ ਤੁਹਾਡੇ ਤੋਂ ਲੈ ਰਿਹਾ। ਡਾਕਟਰ ਖਾਲਿਦ, ਇੰਟਰਨੈਸ਼ਨਲ ਪਲੇਟਫਾਰਮ ਤੇ ਇੰਡੀਆ ਦਾ ਜ਼ਿਕਰ ਵੱਡੇ ਪੱਧਰ ਤੇ ਹੋਣ ਜਾ ਰਿਹਾ, ਅਸੀਂ ਇਸ ਵਿੱਚ ਯਕੀਨ ਕਰ ਲਈਏ ਡਾਕਟਰ ਖਾਲਿਦ ਜਾਂ ਇੰਤਜ਼ਾਰ ਕਰੀਏ ਦੋਨਾਂ ਬੈਠਕਾਂ ਵਿੱਚੋਂ ਨਿਕਲ ਕੀ ਹੁੰਦਾ? ਨਹੀਂ, ਦੇਖੋ ਇੱਦਾਂ ਹੈ KP ਜੀ ਕਿ ਇੰਡੀਆ ਦਾ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਾਡੀ ਸੋਚ ਵਿਅਕਤ ਹੈ ਉਹ ਤਾਂ 1945 ਤੋਂ ਹੀ ਹੋ ਰਹੀ ਹੈ, ਜਿਸ ਵੇਲੇ ਨੌਨ ਅਲਾਈਨਮੈਂਟ ਤੋਂ ਹੀ ਹੋ ਰਹੀ ਹੈ। ਨੌਨ ਅਲਾਈਨਮੈਂਟ ਜਿਹੜੀ ਸੀਗੀ ਉਹਦੇ ਵੀ ਤਾਂ ਅਸੀਂ ਲੀਡਰ ਸੀਗੇ ਨਾ। ਇਸੇ ਤਰੀਕੇ ਦੇ ਨਾਲ ਉਸ ਤੋਂ ਬਾਅਦ ਸਾਡਾ ਸੰਯੁਕਤ ਰਾਸ਼ਟਰ ਦੇ ਵਿੱਚ ਰੋਲ, ਸਾਡਾ IMF, ਵਰਲਡ ਬੈਂਕ, WTO, ਹਰ ਜਗ੍ਹਾ ਅਸੀਂ ਆਪਣਾ ਇੰਪੋਰਟੈਂਟ ਰੋਲ ਨਿਭਾਉਂਦੇ ਰਹੇ ਹਾਂ। ਇਸੇ ਤਰੀਕੇ ਦੇ ਨਾਲ ਜਿਹੜੇ ਕੁਆਡ ਹੈ, ब्रिक्स है, अपने G20 है, G7 है, ਉਹਨਾਂ ਸਾਰਿਆਂ ਦੇ ਵਿੱਚ ਵੀ ਅਸੀਂ ਆਪਣਾ ਇੱਕ ਰੋਲ ਨਿਭਾਉਂਦੇ ਹਾਂ। ਔਰ ਇੰਡੀਆ ਨੂੰ ਕੋਈ ਇਗਨੋਰ ਨਹੀਂ ਕਰ ਸਕਦਾ ਕਿਉਂਕਿ ਇੱਕ ਲਾਰਜ ਇਕਨੋਮੀ ਹੈ, ਏਡੀ ਵੱਡੀ ਪਾਪੂਲੇਸ਼ਨ ਹੈ, ਅਸੀਂ ਵਰਲਡ ਨੂੰ ਬਹੁਤ ਕੁਝ ਦਿੰਦੇ ਹਾਂ, ਇਸ ਕਰਕੇ ਇਗਨੋਰ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ। ਚਲੋ ਮੇਰਾ ਇੱਕ ਹੋਰ ਸਵਾਲ ਹੈ ਡਾਕਟਰ ਖਾਲਿਦ। ਡਾਕਟਰ ਖਾਲਿਦ, ਜਦੋਂ ਅਸੀਂ ਆਪਦੇ ਆਪ ਨੂੰ ਪੇਸ਼ ਕਰਦੇ ਹਾਂ ਵਿਸ਼ਵ ਗੁਰੂ ਵਜੋਂ, ਸੁਪਰ ਪਾਵਰ ਵਜੋਂ, ਕੀ ਉਹ ਸੁਪਨਾ ਪੂਰਾ ਹੋ ਸਕਦਾ ਹੈ ਦੇਸ਼ ਦਾ, ਜਾਂ ਸਿਰਫ ਉਹ ਇੱਕ ਵਧੀਆ ਸ਼ਬਦ ਹੈ ਜਿਹੜੇ ਬੋਲਣ 'ਚ ਸੋਹਣੇ ਲੱਗਦੇ ਆ? ਦੇਖੋ ਇਦਾਂ, ਜਿਹੜਾ ਵਿਸ਼ਵ ਗੁਰੂ ਵਗੈਰਾ ਇਹ ਤਾਂ ਐਵੇਂ ਪੋਲੀਟੀਕਲ ਸਟੇਟਮੈਂਟਸ ਹੈਗੀਆਂ। ਅਦਰਵਾਈਜ਼ ਤੁਸੀਂ ਇਹ ਦੱਸੋ ਵੀ ਅੱਜ ਦੇ ਵਿੱਚ ਕੰਟੈਕਸਟ ਦੇ ਵਿੱਚ ਕਿੰਨੀਆਂ ਚੀਜ਼ਾਂ ਐਸੀਆਂ ਜਿਹੜੀਆਂ ਅਸੀਂ ਆਪ ਬਣਾ ਕੇ ਪ੍ਰੋਡਿਊਸ ਇਸਤੇਮਾਲ ਕਰ ਰਹੇ ਹਾਂ। ਆਪਾਂ ਸਾਰਾ ਕੁਝ ਕਰ ਰਹੇ ਹਾਂ, ਤੁਹਾਡਾ TV ਹੈ, ਤੁਹਾਡਾ ਕੰਪਿਊਟਰ ਹੈ, ਤੁਹਾਡਾ ਇੰਟਰਨੈਟ ਹੈ, ਦੱਸੋ ਇੰਡੀਆ ਦਾ ਕੀ ਹੈ ਇਹਦੇ ਵਿੱਚ? ਵਿਸ਼ਵ ਗੁਰੂ ਤਾਂ ਐਵੇਂ ਇੱਕ ਪੋਲੀਟੀਕਲ ਸਟੇਟਮੈਂਟ ਹੈ, ਜਿਵੇਂ ਆਪਾਂ ਕਹਿੰਦੇ ਆ ਮਦਰ ਆਫ ਡੈਮੋਕ੍ਰੇਸੀ ਹੈ, ਪੋਲੀਟੀਕਲ ਸਟੇਟਮੈਂਟ ਹੈ। ਡੈਮੋਕ੍ਰੈਟਿਕ ਇੰਸਟੀਟਿਊਸ਼ਨ ਦਾ ਸਾਰੇ ਵੈਸਟ ਵਾਲੇ ਚੱਲ ਰਹੇ ਹਨ। ਪੋਲੀਟੀਕਲ ਸਟੇਟਮੈਂਟ ਤਾਂ ਸਾਰੀ ਦੁਨੀਆ ਸੁਣਦੀ ਪਈ ਹੈ ਡਾਕਟਰ ਖਾਲਿਦ। ਦੇਸ਼ ਦੇ ਲੋਕ ਡਾਕਟਰ ਖਾਲਿਦ ਇਹ ਪੁੱਛਦੇ ਪਏ ਆ ਕਿ ਸਾਨੂੰ ਕੀ ਮਿਲਣਾ, ਲੋਕ ਇਹਦੇ ਵਿੱਚ ਕਿਹੜੇ ਫੈਸਲੇ ਇੱਥੋਂ ਹੋਣ ਜਾ ਰਹੇ ਆ? ਗ੍ਰੀਨ એનર્ਜੀ ਦਾ ਫੈਸਲਾ ਹੋਊਗਾ, ਮਿਲਟਸ ਦਾ ਫੈਸਲਾ ਹੋਊਗਾ, ਕਿਹੜੇ ਫੈਸਲੇ ਹੋਣਗੇ ਸਰ ਲੋਕ ਹਿੱਤ ਵਿੱਚ? ਲੋਕ ਤਾਂ ਇਹ ਜਾਨਣਾ ਚਾਹ ਰਹੇ ਸਰ। ਦੇਖੋ ਗੱਲ ਇਹ ਹੈ, ਜਿਹੜੇ ਵੀ ਫੈਸਲੇ ਹੋਣਗੇ, ਚਾਹੇ ਉਹ ਗ੍ਰੀਨ એનર્ਜੀ ਦਾ ਹੋਵੇ, ਚਾਹੇ ਹੈਲਥ ਦਾ ਹੋਵੇ, ਅਲਟੀਮੇਟਲੀ ਇਟ ਵਿਲ ਬੋਇਲ ਡਾਊਨ ਟੂ ਦਾ ਪੀਪਲ, ਲੋਕਾਂ ਤੱਕ ਹੀ ਪਹੁੰਚਣਾ। ਲੇਕਿਨ ਸਿਰਫ ਇੰਨੀ ਕੁ ਗੱਲ ਦੇ ਵਿੱਚ ਆਪਾਂ ਵਿਸ਼ਵ ਗੁਰੂ ਬਣ ਕੇ ਬਹਿ ਜਾਈਏ ਤਾਂ ਉਹ ਕੋਈ ਬਹੁਤ ਸਿਆਣੀ ਗੱਲ ਨਹੀਂ ਹੈ। ਠੀਕ ਹੈ, ਪੋਲੀਟੀਕਲੀ ਤੁਸੀਂ ਕਹੀ ਚੱਲੋ ਵਿਸ਼ਵ ਗੁਰੂ ਸਰ। ਲੋਕਾਂ ਤੱਕ ਤਾਂ ਇਹ ਸੁਨੇਹਾ ਜਾ ਰਿਹਾ ਸਰ ਅਸੀਂ ਇੰਡੀਆ ਤੇ ਭਾਰਤ ਪਿੱਛੇ ਇੱਥੇ ਸਿਆਸੀ ਪੁਆੜੇ ਪਾਏ ਹੋਏ ਆ ਡਾਕਟਰ ਖਾਲਿਦ। ਦੇਖੋ, ਜਿਸ ਵੇਲੇ ਆਪਾਂ ਸੀਰੀਅਸ ਡਿਸਕਸ਼ਨ ਕਰਦੇ ਹਾਂ ਉਹਦੇ ਵਿੱਚ ਅਸੀਂ ਫੈਕਟਸ ਦੇ ਉੱਪਰ ਗੱਲ ਕਰਦੇ ਹਾਂ, ਔਰ ਫੈਕਟਸ ਜਿਹੜੇ ਹੈਗੇ ਆ ਉਹ ਅਦਰਵਾਈਜ਼ ਹੈ। ਕਿਆ ਤੁਸੀਂ ਸੁਪਰ ਪਾਵਰ ਬਣ ਸਕਦੇ ਹੋ ਜਦ ਅਸੀਂ ਆਪਣਾ ਮੈਕਸਿਮਮ ਅਸਲਾ ਜਿਹੜਾ ਹੈਗਾ ਹਜੇ ਵੀ ਬਾਹਰੋਂ ਲੈ ਰਹੇ ਹਾਂ? ਸਾਡਾ ਜਿਹੜਾ ਹੈਗਾ ਗਰੀਬੀ ਦੀ ਰੇਖਾ ਦੇ ਥੱਲੇ ਕਿੰਨੇ ਬੰਦੇ ਆ, ਅਤੀ ਗਰੀਬੀ ਰੇਖਾ ਦੇ ਥੱਲੇ ਕਿੰਨੇ ਬੰਦੇ ਆ, ਸਾਡਾ ਇਨਫਰਾਸਟ੍ਰਕਚਰ ਕੀ ਕਹਿ ਰਿਹਾ, ਸਾਡੇ ਐਜੂਕੇਸ਼ਨ ਇੰਸਟੀਟਿਊਸ਼ਨ
ਕੀ ਕਹਿ ਰਹੇ ਆ, ਉਹ ਸਾਰਾ ਕੁਝ ਸਾਡਾ ਆંકੜਾ ਦੇਖਣਾ ਪਏਗਾ, ਫਿਰ ਪਤਾ ਲੱਗੂਗਾ ਅਸੀਂ ਸੁਪਰ ਪਾਵਰ ਹੈ ਜਾਂ ਨਹੀਂ ਹੈ। ਚਲੋ ਬਹੁਤ ਬਹੁਤ ਧੰਨਵਾਦ ਡਾਕਟਰ ਖਾਲਿਦ ਤੁਹਾਡਾ। ਡਾਕਟਰ ਰੌਣਕੀ ਰਾਮ ਤੁਹਾਡਾ ਵੀ ਬਹੁਤ ਧੰਨਵਾਦ। ਇੰਡੀਆ ਤੇ ਭਾਰਤ ਵਾਲੀ ਡਿਬੇਟ ਦੇ ਵਿਚਾਲੇ ਜਿਹੜੇ ਤੁਸੀਂ ਸਾਡੇ ਅੱਗੇ ਫੈਕਟਸ ਰੱਖੇ ਆ, ਏਜੰਡੇ ਰੱਖੇ ਆ, ਉਹਦੇ ਤੋਂ ਸਾਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਅਸਲ ਵਿੱਚ G20 ਦਾ ਭਾਰਤ ਲਈ ਮਤਲਬ ਕੀ ਹੈਗਾ ਤੇ ਆਸੀਅਨ ਦਾ ਭਾਰਤ ਲਈ ਮਤਲਬ ਕੀ ਹੈਗਾ। ਮੈਨੂੰ ਉਮੀਦ ਹੈ ਕਿ ਇਹ ਚਰਚਾ ਉਹਨਾਂ ਲੋਕਾਂ ਲਈ, ਉਹਨਾਂ ਦਰਸ਼ਕਾਂ ਲਈ ਕੰਮ ਦੀ ਹੋਊਗੀ ਜਿਹੜੇ ਇਸ਼ੂ ਨੂੰ ਸਮਝਣਾ ਚਾਹੁੰਦੇ, ਜਿਹੜੇ ਮੁੱਦੇ ਨੂੰ ਨਹੀਂ ਸਮਝਣਾ ਚਾਹੁੰਦੇ, ਉਹ ਫਿਰ ਭਾਰਤ ਅਤੇ ਇੰਡੀਆ ਦੀ ਸਿਆਸਤ ਨੂੰ ਸਮਝਣ। ਬਹੁਤ ਧੰਨਵਾਦ।